मैं भगवंत मान ईश्वर की सौं चुकता हाँ। सो हैलो, असी तुहाडा स्वागत करते हैं अपने चैनल PB08 वाले लाइफ दे विच। ते अज दा असी टॉपिक जो है साझा करांगे तुहाडे नाल। जो आम आदमी आ वो की मंगा करदी है साडे नवीं सरकार तो। पहलां तां असी बहुत बहुत मुबारकबाद देवांगे भगवंत मान साहब जी नूं, साडे पंजाब दे मुख मंत्री बने ने। ते असी अपनियां गल्लां जो आ साझा करांगे एक आम आदमी, एक आम नागरिक दे नाल कि वो की चाहता जो नवीं सरकार पंजाब दे विच बनी है। ते असी आओ असी अपनियां गल्लां जो है साझा करते हैं। तो तुसीं देख सकते हो आपां एक गमले वाले अंकल हैगे आ, इन्हां कोल पहुँच गए हैं। तो इन्हां नूं आपां पुछांगे कि जो अज अपने पंजाब दे विच सरकार बनी आ उस सरकार तो ये की चाहते आ। ते आओ जो इन्हां नूं पुछदे आ कि ये की चाहते आ। तुहानूं पता कि पंजाब दे विच सरकार बनी नवीं, ते हुण तुसीं की उम्मीद करदे कि वो की करन तुहाडे वास्ते? अब साढ़े वास्ते देखो गर्मी है, आप धूप में घूम रहे हैं, ठीक है। अब वो आप ही कर सकते हैं, कैसे क्या करें। रोजगार के लिए सही करना चाहिए इनके लिए, और क्या है। रोजगार वास्ते मतलब तुसीं चाहते कि तुहानूं नौकरियां मिलन या कुछ मिलन, इदां दा कुछ तुसीं चाहते? हाँ जी, हाँ जी। ਹੋਰ ਤੁਸੀਂ ਕੀ ਚਾਹੁੰਦੇ? ਜਿੱਦਾਂ ਆਪਾਂ ਨਵਾਂ ਸੁਣਿਆ ਸੀਗਾ ਕਿ ਉਹਨਾਂ ਨੇ ਜੋ ਕੀ ਹੈ ਬਿਜਲੀ ਦੇ ਬਿੱਲ ਮਾਫ ਕੀਤੇ ਆ, ਯੂਨਿਟਾਂ ਮਾਫ ਕੀਤੀਆਂ, 300 ਯੂਨਿਟ ਜੋ ਵੀ ਹੈ ਹਰ ਇੱਕ ਬੰਦੇ ਨੂੰ ਮਾਫ ਕੀਤਾ। ਹੋਰ ਤੁਸੀਂ ਕੀ ਚਾਹੁੰਦੇ ਆ ਕਿ ਜਿਹੜੀ ਸਰਕਾਰ ਕਰੇ ਔਰ ਤੁਹਾਨੂੰ ਫਾਇਦਾ ਹੋਵੇ ਉਹਦਾ? अब जैसे मान लो बिजली का बिल, अब गर्मी चल गई तो बिजली बिल माफ़ होना चाहिए थे। जैसे थोड़े बहुत फिर उस किराए भी जैसे इस टाइम पड़ रहे हैं सबको, फिर बिजली का बिल भी ज़्यादा आ जाता है, तो इसलिए थोड़ी तंगी तो है सबको। ਤੁਸੀਂ ਜਿੱਦਾਂ ਇਹ ਬਿਜ਼ਨਸ ਕਰ ਰਹੇ ਹੋ, ਗਮਲੇ ਵੇਚ ਰਹੇ ਹੋ, ਇੱਕ ਦਿਨ ਦੀ ਕਿੰਨੀ ਕੁ ਦਿਹਾੜੀ ਮਿਲ ਜਾਂਦੀ ਤੁਹਾਨੂੰ? बस एक दिन में जैसे मान लो आप सुबह 8 बजे निकल जाइए तो शाम को 4-5 बजे तक मतलब 400-500 रुपये तो बन ही जाते हैं। 400-500 रुपये बन जाता है। ਤੁਸੀਂ ਦੇਖ ਸਕਦੇ ਹੋ ਕਿ 400-500 रुपये ਦਿਹਾੜੀ ਕਰਦੇ ਹਰ ਇੱਕ ਬੰਦਾ ਜੋ ਹੈ ਕਿ ਜੋ ਬਿਜ਼ਨਸਮੈਨ ਆ ਜਾਂ ਕੋਈ ਵੀ ਆ, ਉਹਨਾਂ ਨੂੰ ਤਾਂ ਹਰ ਕੋਈ ਪੁੱਛ ਰਿਹਾ ਕਿ ਉਹਨਾਂ ਦੀ ਕੀ ਜ਼ਰੂਰਤਾਂ ਵਾ। ਪਰ ਜੋ ਬੰਦਾ ਦਿਹਾੜੀ ਕਰਦਾ ਸਵੇਰ ਤੋਂ ਸ਼ਾਮ ਤੱਕ ਪਸੀਨੇ ਦੇ ਵਿੱਚ, ਗਰਮੀ ਵੀ ਕਿੰਨੀ ਜ਼ਿਆਦਾ ਆ, ਔਰ ਇਹਨਾਂ ਬੰਦਿਆਂ ਨੂੰ ਕੋਈ ਨਹੀਂ ਪੁੱਛਦਾ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ, ਇਹ ਕੀ ਇਹਨਾਂ ਦੀ ਕੀ ਮੰਗ ਆ। ਆਪਾਂ ਫਿਰ ਦੂਸਰੀ ਜਗ੍ਹਾ ਆ ਗਏ ਆ, ਅੰਕਲ ਸਾਨੂੰ ਮਿਲਿਆ ਤੇ ਇਹਨਾਂ ਨੂੰ ਅਸੀਂ ਪੁੱਛਾਂਗੇ ਕਿ ਨਵੀਂ ਸਰਕਾਰ ਪੰਜਾਬ ਦੇ ਵਿੱਚ ਬਣੀ ਆ ਤੇ ਉਹਨਾਂ ਤੋਂ ਕੀ ਮੰਗਾਂ ਨੇ ਔਰ ਕੀ ਇਹ ਚਾਹੁੰਦੇ ਨੇ। ਕਿ ਇੱਕ ਤਾਂ ਕਹਿ ਸਕਦੇ ਵੱਡੇ ਬੰਦੇ ਜਿੰਨੇ ਵੀ ਆ, ਮਿਡਲ ਕਲਾਸ ਆ ਜਾਂ ਸਾਰਿਆਂ ਨੂੰ ਪੁੱਛ ਰਹੇ ਆ, ਉਹ ਸਾਰਿਆਂ ਨੂੰ ਪੁੱਛ ਰਹੇ ਆ ਕਿ ਕੀ ਤੁਹਾਨੂੰ ਚਾਹੀਦਾ, ਕੀ ਨਹੀਂ ਚਾਹੀਦਾ। ਪਰ ਇਹ ਜੋ ਦਿਹਾੜੀਦਾਰ ਬੰਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ। ਇਹਨਾਂ ਦੇ ਮੂੰਹ ਅਸੀਂ ਸੁਣਾਂਗੇ ਕਿ ਕੀ ਇਹ ਚਾਹੁੰਦੇ ਆ। ਤੇ ਅੰਕਲ ਆਪਾਂ ਸਰਵੇ ਕਰ ਰਹੇ ਹਾਂ ਕਿ ਤੁਹਾਨੂੰ ਕਿਹੜੀਆਂ ਮੰਗਾਂ ਸਰਕਾਰ ਤੋਂ ਸਾਨੂੰ ਕਰਨੀਆਂ ਚਾਹੀਦੀਆਂ ਵਾ। ਵੱਡੇ ਬੰਦੇ ਜਿੰਨੇ ਬਿਜ਼ਨਸਮੈਨ, ਕੋਈ ਬਿਜ਼ਨਸ ਵੱਡੀਆਂ ਦੁਕਾਨਾਂ ਵਾਲੇ ਸਾਰੇ ਆ, ਤੁਸੀਂ ਇੱਕ ਦਿਹਾੜੀਦਾਰ ਬੰਦੇ ਆ, ਇਹ ਸਾਰਿਆਂ ਨੂੰ ਪੁੱਛ ਰਹੇ ਆ ਉਹ ਕਿ ਤੁਹਾਨੂੰ ਕੀ ਚਾਹੀਦਾ ਕੀ। ਪਰ ਸਾਡੇ ਵਰਗੇ ਜਿਹੜੇ ਛੋਟੇ ਬੰਦੇ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ। ਤੇ ਅਸੀਂ ਤੁਹਾਨੂੰ ਪੁੱਛਾਂਗੇ ਔਰ हो सकता है ताड़ी आवाज़ उत्थे तक पहुँचे। होगा वो हम लोग के लिए वो होगा, वो अच्छा ही होगा, ऐसी बात नहीं है। अब क्या हम लोग मांगो, सरकार देगी वो गरीबों के लिए अच्छा ही देगी। हमारी 60 साल की उम्र हो गई है, पेंशन मेरा होना चाहिए। हाँ, ਤੇ ਤੁਸੀਂ ਦੇਖ ਸਕਦੇ ਹੋ ਅੰਕਲ ਕਹਿੰਦੇ ਕਿ ਮੇਰੀ ਪੈਨਸ਼ਨ ਲੱਗਣੀ ਚਾਹੀਦੀ ਹੈ। ਅੰਕਲ ਤੁਹਾਨੂੰ ਤੁਹਾਡੇ ਹਿਸਾਬ ਨਾਲ ਕਿੰਨੀ ਕੁ ਪੈਨਸ਼ਨ ਤੁਹਾਨੂੰ ਮਿਲਣੀ ਚਾਹੀਦੀ ਸਰਕਾਰ ਵੱਲੋਂ ਕਿ ਤੁਹਾਡਾ ਗੁਜ਼ਾਰਾ ਹੋ ਸਕੇ ਸਹੀ? 2-4 हज़ार रुपया अगर मिल जाए, 2,000 रुपया तक मिल जाए महीने का तो गुजर हो जाएगा। अब कितना मांगे, 10-20 हज़ार थोड़े मांगेंगे कि जो है उतना मिलेगा। ਇਹ ਤੁਹਾਡੀ ਦੁਕਾਨ ਹੈ? हाँ, ਇਹ ਤੁਸੀਂ ਦੇਖ ਸਕਦੇ ਹੋ ਅੰਕਲ ਦੀ ਦੁਕਾਨ ਹੈਗੀ ਹੈ ਛੋਟੀ ਜੀ। ਅੰਕਲ ਜਿੱਦਾਂ ਵੀ ਆ ਗੁਜ਼ਾਰਾ ਕਰ ਰਹੇ ਆ ਇੱਥੇ। ਤੇ ਅੰਕਲ ਕਿੰਨੀ ਕੁ ਦਿਹਾੜੀ ਪੈ ਜਾਂਦੀ ਇੱਕ ਦਿਨ ਦੀ ਤੁਹਾਡੀ ਇੱਥੇ? मुश्किल से बहुत होता है कि 100-150 की दिहाड़ी हो बन जाती है बस। ਤੇ ਤੁਸੀਂ ਜਿੱਦਾਂ ਦੇਖ ਸਕਦੇ ਕਿ ਅੰਕਲ ਕਹਿੰਦੇ ਕਿ 100-150 ਰੁਪਏ ਦੀ ਦਿਹਾੜੀ ਪੈਂਦੀ ਇਹਨਾਂ ਦੀ ਇੱਥੇ ਇੱਕ ਦਿਨ ਦੇ ਵਿੱਚ। ਤੇ ਅਗਰ 3000 ਦੀ ਪੈਨਸ਼ਨ ਵੀ ਇਹਨਾਂ ਨੂੰ ਲੱਗ ਜਾਂਦੀ ਆ ਤੇ ਇਹ ਆਪਣਾ ਆਸਾਨੀ ਨਾਲ ਗੁਜ਼ਾਰਾ ਕਰ ਸਕਦੇ ਆ। ਤੇ ਅੰਕਲ ਅਸੀਂ ਇਹੀ ਚਾਹਾਂਗੇ ਕਿ ਸਰਕਾਰ ਤੁਹਾਡੀ ਗੱਲ ਸੁਣੇ ਤੇ ਤੁਹਾਨੂੰ 3000 ਰੁਪਇਆ ਜਿਹੜਾ ਵਾ ਪੈਨਸ਼ਨ ਦਾ ਮਿਲਣਾ ਸ਼ੁਰੂ ਹੋਵੇ। ਅਸੀਂ ਇਹੀ ਉਮੀਦ ਕਰਾਂਗੇ, ਆਪਣੀ ਵੀਡੀਓ ਤੇ ਉਹਨਾਂ ਨੂੰ ਪਹੁੰਚਾਵਾਂਗੇ ਉੱਥੇ ਤੱਕ ਤੇ ਉਮੀਦ ਕਰਾਂਗੇ ਕਿ ਸਰਕਾਰ ਤੁਹਾਡੀ ਗੱਲ ਸੁਣੇ। ਠੀਕ ਹੈ। ਤੇ ਆਪਾਂ ਨਾਲ ਗੱਲ ਕਰਦੇ ਇੱਕ ਅੰਕਲ ਹੋਰ ਹੈਗੇ, ਉਹ ਵੀ ਥੋੜਾ ਆਪਣੀ ਜੋ ਗੱਲ ਸਾਂਝਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਆਪਾਂ ਪੁੱਛਾਂਗੇ ਕਿ ਅੰਕਲ ਕੀ ਚਾਹੁੰਦੇ ਤੁਸੀਂ? ਜਿਹੜੇ ਬੁਢਾਪਾ ਪੈਨਸ਼ਨ ਆ ਉਹ ਜ਼ਿਆਦਾ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਆਪਣੇ ਬੱਚਿਆਂ ਕੋਲ ਮੰਗਣਾ ਨਾ ਪਵੇ, ਕਿਉਂਕਿ ਬੱਚੇ ਤਾਂ ਪੂਰੀ ਖੇਚਲ ਕਰਦੇ ਨੇ।
ਤੇ ਤੁਸੀਂ ਦੇਖ ਸਕਦੇ ਅੰਕਲ ਕਹਿੰਦੇ ਕਿ ਜਿਹੜੀ ਇਹਨਾਂ ਦੀ ਵੀ ਇਹੀ ਇੱਕੋ ਹੀ ਮੰਗ ਆ ਕਿ ਜੋ ਬੁਢਾਪਾ ਪੈਨਸ਼ਨ ਆ ਉਹਨਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਜਾਵੇ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਆਪਣਾ ਥੋੜਾ ਬਹੁਤ ਗੁਜ਼ਾਰਾ ਕਰ ਸਕੇ ਪੈਨਸ਼ਨ ਦੇ ਰਾਹੀਂ। ਅਗਾ ਵੀ ਅਰਗੇ 2500 ਕਰ ਦਿੱਤਾ ਨਾ, ਫਿਰ ਵੀ ਜ਼ਿਆਦਾ ਕਰਨੇ ਚਾਹੀਦੇ ਆ। 2500 ਰੁਪਏ ਕਰਤਾ ਉਹਨਾਂ ਨੇ। ਸੁਣਿਆ ਉਹਦਾ ਵੈਸੇ ਕਿੰਨਾ ਕੁ ਪੈਨਸ਼ਨ ਆਂਦੀ ਤੁਹਾਨੂੰ? ਪੈਨਸ਼ਨ ਆਉਂਦੀ ਮੈਂ 1500 ਰੁਪਏ ਲੈ ਲਾ ਕੇ 1500 ਰੁਪਏ ਜਦੋਂ 1500 ਰੁਪਏ ਪੈਨਸ਼ਨ ਆਂਦੀ, ਪਰ ਅੰਕਲ ਕਹਿੰਦੇ ਕਿ ਸਾਡੀ ਜਿਹੜੀ ਮੰਗ ਹੈ ਨਾ ਉਹ ਘੱਟੋ ਘੱਟ ਨਹੀਂ ਸਾਨੂੰ 3000 ਜਾਂ 4000 ਮਿਲਣਾ ਚਾਹੀਦਾ। 4000 ਕਰ ਦਿਓ। 4000 ਮਿਲਣਾ ਚਾਹੀਦਾ ਵਾ, ਫਿਰ ਸਾਰਾ ਗੁਜ਼ਾਰਾ ਰੋਟੀ ਪਾਣੀ ਦਾ ਚੱਲ ਸਕਦਾ, ਕਿਸੇ ਨੂੰ ਸਾਨੂੰ ਮੰਗਣ ਦੀ ਲੋੜ ਨਹੀਂ ਪਈ। ਚਲੋ ਇਹ ਕਹਿੰਦੇ ਕਿ ਸਾਡੇ ਬੱਚਿਆਂ ਤੋਂ ਸਾਨੂੰ ਮੰਗਣਾ ਪੈਂਦਾ ਵਾ, ਜੇ ਸਾਡੀ ਮਿਨੀਮਮ 4000 ਪੈਨਸ਼ਨ ਵੀ ਲੱਗ ਜਾਂਦੀ ਆ ਤੇ ਇਹਨਾਂ ਨੂੰ ਮੰਗਣ ਦੀ ਜ਼ਰੂਰਤ ਨਹੀਂ ਪਊਗੀ, ਇੱਕ ਆਸਾਨੀ ਨਾਲ ਜ਼ਿੰਦਗੀ ਜੀ ਸਕਦੇ ਆ ਇਹ। ਤੇ ਬਹੁਤ ਬਹੁਤ ਧੰਨਵਾਦ ਅੰਕਲ ਤੁਹਾਡਾ, ਸਾਨੂੰ ਬਹੁਤ ਚੰਗਾ ਲੱਗਿਆ ਤੁਸੀਂ ਆਪਣਾ ਤੁਹਾਡਾ ਵੀ ਧੰਨਵਾਦ। ਸਾਨੂੰ ਇੰਨਾ ਦੱਸਿਆ ਕਿ ਸਰਕਾਰ ਤੋਂ ਸਾਨੂੰ ਕਿਹੜੀਆਂ ਮੰਗਾਂ, ਸਾਨੂੰ ਚਲੋ ਇੱਕ ਚੀਜ਼ ਵੀ ਸਾਡੀ ਸਰਕਾਰ ਪੂਰੀ ਚੰਗੀ ਆ, ਸਾਡੀ ਬਣਾਈ ਹੋਈ ਆ, ਠੀਕ ਹੈ ਨਾ। ਬਿਲਕੁਲ ਆਪਾਂ ਜੇ ਵੋਟ ਕੀਤੀ ਹੈ ਤੇ ਸਰਕਾਰ ਤਾਂ ਹੀ ਬਣੀ, ਬਿਲਕੁਲ ਠੀਕ ਆ। ਤੇ ਫਿਰ ਅਸੀਂ ਮੰਗਾਂਗੇ ਬਿਲਕੁਲ ਅਸੀਂ ਕਵਾਂਗੇ, ਉਹਨਾਂ ਨੂੰ ਪਤਾ ਲੱਗੂਗਾ ਕਿ ਕਿਉਂਕਿ ਤੁਹਾਨੂੰ ਵੀ ਪਤਾ ਬਾਕੀ ਲੋਕੀ ਤਾਂ ਸਾਰਿਆਂ ਦੀ ਸੁਣਦੇ, ਪਰ ਸਾਡੇ ਵਰਗੇ ਬੰਦੇ ਜਿਹੜੇ ਗਰੀਬ ਆ ਉਹਨਾਂ ਦੀ ਕੋਈ ਨਹੀਂ ਸੁਣਦਾ। ਸਹੀ ਗੱਲ। ਤੇ ਆਪਾਂ ਦੇਖ ਸਕਦੇ ਅੰਕਲ, ਉਹਨਾਂ ਨੇ ਦੂਸਰੇ ਅੰਕਲ ਨੇ ਵੀ ਇਹ ਕਿਹਾ, ਇਹਨਾਂ ਨੇ ਵੀ ਕਿ ਪੈਨਸ਼ਨ ਥੋੜੀ ਵਧਾਣੀ ਚਾਹੀਦੀ ਆ ਤਾਂ ਕਿ ਆਪਣਾ ਗੁਜ਼ਾਰਾ ਆਸਾਨੀ ਨਾਲ ਕਰ ਸਕਣ। ਤਾਂ ਲੋ ਜੀ ਅਸੀਂ ਆ ਗਏ ਆ ਇੱਕ ਨਵੀਂ ਜਗ੍ਹਾ ਤੇ ਇੱਥੇ ਆਪਾਂ ਦਿਹਾੜੀਦਾਰ ਬੰਦੇ ਜੋ ਬਹਿੰਦੇ ਆ, ਅਸੀਂ ਦੁਆਬਾ ਚੌਂਕ ਦੇ ਵਿੱਚ ਹੈਗੇ ਆ। ਦੁਆਬਾ ਚੌਂਕ 'ਚ ਜੋ ਬੰਦੇ ਦਿਹਾੜੀਦਾਰ ਬੈਠੇ ਆ ਉਹਨਾਂ ਨੂੰ ਅਸੀਂ ਪੁੱਛਾਂਗੇ ਕਿ ਉਹਨਾਂ ਦੀ ਕੀ ਮੰਗਾਂ ਨੇ ਸਰਕਾਰ ਵੱਲੋਂ। ਤਾਂ ਆਓ ਚੱਲਦੇ ਆ, ਆਪਾਂ ਉਹਨਾਂ ਨੂੰ ਪੁੱਛਦੇ ਆ, ਦੇਖਦੇ ਆ ਕੀ ਕਹਿੰਦੇ ਆ। ਸਤਿ ਸ਼੍ਰੀ ਅਕਾਲ ਭਾਜੀ, ਅਸੀਂ ਚੈਨਲ ਵੱਲੋਂ ਆਏ ਆ ਤੇ ਤੁਹਾਨੂੰ ਸਾਡਾ ਅੱਜ ਦਾ ਟੌਪਿਕ ਇਹ ਹੈਗਾ ਕਿ ਅਸੀਂ ਪੁੱਛਣਾ ਚਾਹਾਂਗੇ ਤੁਹਾਨੂੰ ਕਿ ਜੋ ਨਵੀਂ ਸਰਕਾਰ ਬਣੀ ਆ, ਪਹਿਲਾਂ ਤਾਂ ਤੁਸੀਂ ਵੋਟ ਪਾਣ ਗਏ ਸੀਗੇ? ਹਾਂਜੀ। ਕਿਹਨੂੰ ਪਾਈ ਵੋਟ? ਝਾੜੂ ਨੂੰ। ਭਾਜੀ ਤੁਸੀਂ? केजरीवाल। ਝਾੜੂ। ਹਾਂਜੀ ਕੇਜਰੀਵਾਲ ਨੂੰ ਜੀ। ਤੁਸੀਂ ਦੇਖ ਸਕਦੇ ਹੋ ਕਿ ਸਾਰੇ ਇਹੀ ਕਹਿ ਰਹੇ ਆ ਕਿ ਅਸੀਂ ਕੇਜਰੀਵਾਲ ਨੂੰ ਵੋਟ ਪਾਈ ਆ, ਝਾੜੂ ਨੂੰ ਵੋਟ ਪਾਈ ਆ। ਤੇ ਭਾਜੀ ਹੁਣ ਆਪਾਂ ਵੋਟ ਤਾਂ ਪਾਤੀ ਆ, ਸਰਕਾਰ ਵੀ ਬਣ ਗਈ ਆ, ਤੇ ਤੁਸੀਂ ਹੁਣ ਕਿਹੜੀਆਂ ਇਦਾਂ ਦੀਆਂ ਮੰਗਾਂ ਉਹਨਾਂ ਨੂੰ ਕਹੋਗੇ ਕਿ ਤੁਹਾਡੀਆਂ ਉਹ ਪੂਰੀਆਂ ਕਰਨ, ਤਾਂ ਕਿ ਜੋ ਅਸੀਂ ਆ ਵੋਟ ਪਾਉਣ ਤੋਂ ਬਾਅਦ ਸਰਕਾਰ ਤੋਂ ਜੋ ਸਾਡੀਆਂ ਉਮੀਦਾਂ ਹੋਣੀਆਂ ਚਾਹੀਦੀਆਂ ਉਹ ਖਰੀਆਂ ਉਤਰਨ, ਉਹਨਾਂ ਨੂੰ ਪਤਾ ਲੱਗੂਗਾ ਤੇ ਤਾਂ ਹੀ ਅਸੀਂ ਇਹ ਕਰ ਪਾਊਗੇ। ਸਾਡੀ ਭਾਜੀ ਪਹਿਲੀ ਮੰਗ ਇਹ ਆ ਕਿ ਬੇਰੁਜ਼ਗਾਰੀ ਖਤਮ ਹੋਵੇ। ਅੱਛਾ ਜੀ। ਬੇਰੁਜ਼ਗਾਰੀ ਖਤਮ ਹੋਵੇ। ਅਸੀਂ ਜਿੱਦਾਂ ਇੱਥੇ ਦਿਹਾੜੀਆਂ ਕਰਕੇ ਕੰਮ ਲੱਭਦੇ ਆ, ਠੀਕ ਨਹੀਂ, ਅਸੀਂ ਡਿਪੈਂਡ ਹੋਈਏ, ਕੋਈ ਸਾਨੂੰ ਨੌਕਰੀਆਂ ਮਿਲਣ, ਸਾਨੂੰ ਪਤਾ ਲੱਗੇ ਕਿ ਅਸੀਂ ਵੀ ਸਟੈਂਡ ਹੈਗੇ ਆ। ਤੇ ਭਾਜੀ ਇੱਕ ਚੀਜ਼ ਮੈਂ ਇਹ ਪੁੱਛੂੰਗਾ ਕਿ ਤੁਸੀਂ ਆਪਾਂ ਨੌਕਰੀ ਤਾਂ ਮੰਗ ਰਹੇ ਸਰਕਾਰ ਤੋਂ, ਕਿ ਕਿੱਦਾਂ ਦੀ ਨੌਕਰੀ ਤੁਹਾਨੂੰ ਮਿਲਣੀ ਚਾਹੀਦੀ ਆ? ਕਿੱਦਾਂ ਦੀ ਨੌਕਰੀ ਤੁਹਾਡੇ 'ਚ? ਸਾਡੀ ਮਤਲਬ ਕਿ ਸਾਡੇ ਅਕੋਰਡਿੰਗ ਜੇ ਅਸੀਂ +2 ਕੀਤੀ ਹੈ, ਠੀਕ ਹੈ ਨਾ, ਸਾਨੂੰ ਲੇਬਰ ਕਲਾਸ ਨੌਕਰੀ ਮਿਲੇ। ਜੇ ਅਸੀਂ ਗ੍ਰੈਜੂਏਸ਼ਨ ਕੀਤੀ ਹੈ ਤੇ ਸਾਨੂੰ ਠੀਕ ਠਾਕ ਨੌਕਰੀ ਮਿਲੇ। ਠੀਕ ਹੈ। ਤੇ ਇੱਕ ਤਾਂ ਤੁਹਾਡਾ ਇਹ ਹੋ ਗਿਆ ਕਿ ਸਾਨੂੰ ਬੇਰੁਜ਼ਗਾਰੀ ਤਾਂ ਹਰ ਕੋਈ ਇਹੀ ਕਹਿ ਰਿਹਾ ਕਿ ਬੇਰੁਜ਼ਗਾਰੀ ਜਿਹੜੀ ਆ ਉਹ ਪੂਰੀ ਮਤਲਬ ਬੰਦਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ। ਅਸੀਂ ਕਹਿੰਦੇ ਕਿ ਸਰਕਾਰੀ ਨੌਕਰੀ ਨਾ ਵੀ ਮਿਲੇ, ਚਲੋ ਪ੍ਰਾਈਵੇਟ ਕੋਈ ਐਦਾਂ ਦੀ ਜਗ੍ਹਾ ਸਾਨੂੰ ਕਿੱਥੇ ਮਿਲੇ, ਪਰ ਪ੍ਰਾਈਵੇਟ ਦੇ ਅਕੋਰਡਿੰਗ ਮਤਲਬ ਕਿ ਉਹਨਾਂ ਦੀ ਸੈਲਰੀ ਵੀ ਹੋਵੇ। ਬਿਲਕੁਲ। ਤੁਸੀਂ ਕਿੰਨੀ ਕੁ ਸੈਲਰੀ ਚਾਹੁੰਦੇ ਹੋ ਕਿ ਸਾਡੀ ਇੰਨੀ ਸੈਲਰੀ ਹੋਵੇ? ਸਾਡੀ ਕਾਬਿਲ 15000 ਰੁਪਏ ਐਕਟਿਵ ਉਹ ਰੱਖਦੇ ਆ, 12-15 ਕਿ ਤੁਸੀਂ ਦੇਖ ਸਕਦੇ ਹੋ ਕਿ ਉਹ ਕਹਿੰਦੇ ਕਿ ਸਾਡੀ ਭਾਈ +2 ਕੀਤੀ ਤੁਸੀਂ? ਮੈਂ ਗ੍ਰੈਜੂਏਸ਼ਨ ਕੀਤੀ ਭਾਜੀ। ਗ੍ਰੈਜੂਏਸ਼ਨ ਕਿਸ ਫੀਲਡ 'ਚ ਕੀਤੀ ਸੀ? ਆਰਟਸ। ਤੁਸੀਂ ਦੇਖ ਸਕਦੇ ਇਹ ਗ੍ਰੈਜੂਏਸ਼ਨ ਕੀਤੀ ਹੋਈ ਭਾਜੀ ਨੇ ਔਰ ਦਿਹਾੜੀ ਦਾ ਕੰਮ ਕਰ ਰਿਹਾ, ਔਰ ਇਹਨਾਂ ਦੀ ਨਵੀਂ ਜੋ ਸਰਕਾਰ ਬਣੀ ਆ ਉਹਨਾਂ ਕੋਲ ਇਹੀ ਮੰਗ ਆ ਕਿ ਇਹਨਾਂ ਦੀ ਇਹ ਜੋ ਬੇਰੁਜ਼ਗਾਰੀ ਆ ਉਹ ਪੂਰੀ ਕੀਤੀ ਜਾਵੇ, ਤਾਂ ਕਿ ਇਹ ਕੁਛ ਨਾ ਕੁਛ ਆਪਣਾ ਘਰ ਦਾ ਜੋ ਆ ਪੂਰੇ। ਅਸੀਂ ਰੋਡ ਤੇ ਬੈਠੇ ਆ ਭਾਜੀ, ਗ੍ਰੈਜੂਏਸ਼ਨ ਕਰਕੇ ਅਸੀਂ ਰੋਡ ਤੇ ਬੈਠੇ ਆ ਭਾਜੀ। ਤੁਸੀਂ ਟਰਾਈ ਨਹੀਂ ਕੀਤਾ ਕਿ ਤੁਸੀਂ ਕਿੱਥੇ ਇੰਟਰਵਿਊ ਤੇ ਗਏ ਹੋ ਜਾਂ ਕਿੱਥੇ? ਟਰਾਈ ਕੀਤੀ ਭਾਜੀ, ਟਰਾਈ ਕੀਤੀ, ਪਰ ਪਹਿਲੀ ਸਰਕਾਰ ਦੇ ਵਿੱਚ ਮੇਰਾ ਕਿਤੇ ਕੰਮ ਨਹੀਂ ਬਣਿਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਕਹਿ ਰਹੇ ਕਿ ਪਹਿਲੀ ਸਰਕਾਰ ਜੋ ਸੀਗੀ ਮੇਰਾ ਉਸ ਟਾਈਮ ਕੰਮ ਨਹੀਂ ਬਣਿਆ, ਪਰ ਹੁਣ ਅਸੀਂ ਕੁਛ ਨਾ ਕੁਛ ਉਮੀਦ ਲਗਾ ਸਕਦੇ ਹਾਂ ਕਿ ਕੇਜਰੀਵਾਲ ਜਿੱਦਾਂ ਦਿੱਲੀ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਸੁਧਾਰ ਕੀਤਾ, ਔਰ ਹੁਣ ਇੱਥੇ ਪੰਜਾਬ ਦੇ ਵਿੱਚ ਵੀ ਕੁਛ ਨਾ ਕੁਛ ਸੁਧਾਰ ਕੀਤਾ ਜਾਏਗਾ। ਸਾਡਾ ਮੇਨ ਜੋ ਮਕਸਦ ਹੈ ਨਾ ਕਿ ਅਸੀਂ ਵੱਡੇ ਬਿਜ਼ਨਸਮੈਨ ਆ, ਦੁਕਾਨਦਾਰ, ਉਹਨਾਂ ਦੀ ਤਾਂ ਹਰ ਕੋਈ ਸੁਣ ਰਿਹਾ ਉਹਨਾਂ ਦੀ ਕੀ ਮੰਗ ਵਾ, ਪਰ ਜੋ ਬੰਦੇ ਦਿਹਾੜੀਦਾਰ ਆ, ਕੋਈ ਬੰਦਾ ਰੇੜੀਆਂ ਤੇ ਲਗਾ ਕੇ ਇੰਨੀ ਗਰਮੀ 'ਚ ਪਸੀਨਾ ਹੋ ਕੇ 500 'ਚ ਦਿਹਾੜੀਆਂ ਕਰ ਰਿਹਾ, ਪਰ ਇਹਨਾਂ ਦੀ ਕੀ ਮੰਗਾਂ ਨਾ ਇਹ ਕੋਈ ਨਹੀਂ ਪੁੱਛ ਰਿਹਾ। ਇਹਨਾਂ ਦੀ ਮੰਗਾਂ ਵੀ ਜੋ ਸਰਕਾਰ ਨੂੰ ਪਤਾ ਲੱਗ ਚਾਹੀਦੀਆਂ ਵਾ ਕਿ ਹੁਣ ਤੁਸੀਂ ਸਾਨੂੰ ਇੱਥੇ ਤੁਸੀਂ ਬੈਠੇ ਗ੍ਰੈਜੂਏਸ਼ਨ ਕਰਕੇ, ਪਹਿਲੀ ਵਾਰੀ ਮੈਂ ਦੇਖਿਆ ਕਿ ਜੋ ਬੰਦਾ ਦਿਹਾੜੀ ਕਰ ਰਿਹਾ ਗ੍ਰੈਜੂਏਸ਼ਨ ਕਰਕੇ, ਉਹ ਚਾਹੁੰਦਾ ਕਿ ਮੈਨੂੰ 15000 ਦੀ ਨੌਕਰੀ ਮਿਲ ਜਾਵੇ ਤਾਂ ਮੈਂ ਸਰਕਾਰ ਤੋਂ ਬਹੁਤ ਖੁਸ਼ ਹਾਂ। 12 ਹੀ ਮਿਲ ਜਾਵੇ ਭਾਜੀ। ਚਲੋ ਇਹ ਕਹਿ ਰਹੇ ਕਿ 12 ਵੀ ਮਿਲ ਜਾਏ ਤਾਂ ਵੀ ਮੈਂ ਖੁਸ਼ ਹਾਂ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਵੀਡੀਓ ਜੋ ਹੈ ਵਾਇਰਲ ਹੋਵੇ
ਔਰ ਅਸੀਂ ਇਹੀ ਉਮੀਦ ਕਰਾਂਗੇ ਕਿ ਸਰਕਾਰ ਤੁਹਾਡੀ ਹੈਲਪ ਕਰੇ, ਬੇਰੁਜ਼ਗਾਰੀ ਨੂੰ ਖਤਮ ਕਰੇ, ਕੋਈ ਨਾ ਕੋਈ ਕਿਤੇ ਨਾ ਕਿਤੇ ਸਰਕਾਰੀ ਨਹੀਂ ਤਾਂ ਪ੍ਰਾਈਵੇਟ ਦੇ ਵਿੱਚ ਤੁਹਾਨੂੰ ਨੌਕਰੀ ਜ਼ਰੂਰ ਦਵਾਏ। ਭਾਈ ਤੁਸੀਂ ਕੀ ਚਾਹੋਗੇ? ਭਾਜੀ ਇਹੀ ਚਾਹੁੰਦੇ ਆ ਤੁਸੀਂ। ਇਹ ਭਾਈ ਦੇ ਬ੍ਰਦਰ ਹੀ ਹੈ। ਤੁਸੀਂ ਭਾਈ ਕਿੰਨਾ ਪੜ੍ਹੇ? ਭਾਜੀ ਮੈਂ ਤਾਂ 8 ਪੜ੍ਹਿਆ ਹੈਗਾ। 8 ਪੜ੍ਹੇ। ਹਾਂਜੀ। ਤੇ ਭਾਜੀ ਤੁਸੀਂ ਕੀ ਉਮੀਦ ਕਰਦੇ ਆ ਸਰਕਾਰ ਤੋਂ, ਤੁਹਾਨੂੰ ਕੀ ਮਿਲਣਾ ਚਾਹੀਦਾ? ਭਾਜੀ ਇਹ ਸਾਨੂੰ ਤਨਖਾਹ 14-15 ਹਜ਼ਾਰ ਪ੍ਰਾਈਵੇਟ ਹੋਵੇ ਭਾਵੇਂ, ਇਹਦਾ ਇੱਥੇ ਆ ਕਦੀ ਦਿਹਾੜੀ ਲੱਗਦੀ ਕਦੀ ਨਹੀਂ ਲੱਗਦੀ, ਤੇ ਘਰ ਚਲ ਜਾਈਦਾ ਦੁਪਹਿਰ ਤੋਂ ਬਾਅਦ ਅਸੀਂ ਇੱਥੇ ਬੈਠੇ ਰਹੀਦਾ 2-2 3-3 ਵਜੇ ਤੱਕ ਸਾਡੀ ਦਿਹਾੜੀ ਲੱਗੇ। ਹੋਰ ਕੀ ਹੈ। ਬਿਲਕੁਲ ਤੁਸੀਂ ਦੇਖ ਸਕਦੇ ਕਿ ਸਾਰੇ ਇਹੀ ਚਾਹੁੰਦੇ ਕਿ ਸਾਨੂੰ ਬੇਰੁਜ਼ਗਾਰੀ ਦੂਰ ਹੋਣੀ ਚਾਹੀਦੀ ਹੈ, ਕਿ 10-15 ਹਜ਼ਾਰ ਦੀ ਵੀ ਸੈਲਰੀ ਇਹਨਾਂ ਨੂੰ ਮਿਲ ਜਾਵੇ। ਤੇ ਇਹ ਜੋ ਇੱਕ ਪੱਕੀ ਤਨਖਾਹ ਕਹਿੰਦੇ ਨਾ, ਕਿ ਜਿੱਦਾਂ ਦਿਹਾੜੀਦਾਰ ਆ, ਅੱਜ ਦਿਹਾੜੀ ਲੱਗੀ ਕੱਲ ਨੂੰ ਨਹੀਂ ਦਿਹਾੜੀ ਲੱਗੀ ਇਹਨਾਂ ਦੀ, ਪਰ ਇੱਕ ਪੱਕੀ ਤਨਖਾਹ ਵਾ, ਇਹਨਾਂ ਨੂੰ ਵੀ ਉਮੀਦ ਰਹੇਗੀ ਕਿ ਮਹੀਨੇ ਬਾਅਦ ਸਾਨੂੰ ਜਿਹੜਾ ਵਾ ਇੰਨੇ ਪੈਸੇ ਮਿਲਨੇ ਆ ਔਰ ਅਸੀਂ ਇੰਨੇ 'ਚ ਹੀ ਗੁਜ਼ਾਰਾ ਕਰਨਾ ਵਾ। ਔਰ ਦਿਹਾੜੀਦਾਰ ਦਿਹਾੜੀ ਦੇ ਵਿੱਚ ਇਹਨਾਂ ਨੂੰ ਕੋਈ ਉਮੀਦ ਨਹੀਂ ਆ ਕਿ ਅੱਜ ਦਿਹਾੜੀ ਲੱਗੂ ਇਹਨਾਂ ਦੀ ਕਿ ਨਹੀਂ ਲੱਗੂ। ਭਾਜੀ ਤੁਸੀਂ ਕੀ ਚਾਹੋਗੇ, ਤੁਸੀਂ ਕੀ ਕਹਿਣਾ ਚਾਹੋਗੇ? ਭਾਜੀ ਅਸੀਂ ਵੀ ਇਹੀ ਕਹਿੰਦੇ ਆ ਕਿ ਹਾਂ ਵੀ ਸਭ ਬੰਦਿਆਂ ਨੂੰ ਕਿ ਆਪਣੀ ਰੋਟੀ ਪਾਣੀ ਦਾ ਜੋਗਾ ਮਿਲੀ ਜਾਵੇ, ਕਿ ਸਭ ਦਾ ਘਰ ਇੱਕ ਬਰਾਬਰ ਚੱਲੇ। ਬਸ ਇਹ ਕਹਿਣਾ ਚਾਹੁੰਦੇ ਆ ਕਿ ਹਾਂ ਵੀ ਮੇਰੇ ਜਿੰਨੇ ਵੀ ਭਰਾ ਇੱਥੇ ਸਾਰੇ ਬੈਠੇ ਆ, ਕੋਈ ਪੜ੍ਹਿਆ ਕੋਈ ਨਹੀਂ ਪੜ੍ਹਿਆ, ਸਾਰੇ ਇੱਥੇ ਹੁਣ ਚੌਂਕ ਜਾਂਦੇ ਆ, ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ, ਉਹ ਸਾਰੇ ਆਪੋ ਆਪਣੇ ਘਰ ਚਲ ਜਾਂਦੇ ਇੱਦਾਂ ਹੀ ਵਾਪਸ। ਤੇ ਘਰ ਦੇ ਵੀ ਸੋਚਦੇ ਆ ਕਿ ਹਾਂ ਵੀ ਮੇਰਾ ਪੁੱਤ ਗਿਆ ਬਾਹਰ ਕੰਮ ਕਰਨ, ਕੁਛ ਲੈ ਕੇ ਆਊਗਾ। ਜਦ ਘਰ ਖਾਲੀ ਹੱਥ ਜਾਂਦੇ, ਘਰਦਿਆਂ ਦਾ ਵੀ ਮਨ ਹੋਰ ਤਰ੍ਹਾਂ ਹੋ ਜਾਂਦਾ ਕਿ ਹਾਂ ਵੀ ਸਾਡੇ ਨਿਆਣੇ ਪੜ੍ਹ ਲਿਖ ਕੇ ਵੀ ਉਹਨਾਂ ਨੂੰ ਕਮਾਈ ਦਾ ਕੋਈ ਰੁਕ ਢੰਗ ਹੈ ਨਹੀਂਗਾ, ਕਿ ਨਾ ਕੁਛ ਮਿਲਦਾ ਹੀ ਨਹੀਂ ਹੈਗਾ। ਭੁੱਖੇ ਰਹਿੰਦੇ ਆ, ਕਿਰਾਇਆ 'ਤੇ ਰਹਿੰਦੇ, ਧੱਕੇ ਖਾਂਦੇ। ਕੋਈ ਕਿਰਾਇਆ ਦਾ ਬੰਦਾ ਮਾਲਕ ਆਂਦਾ ਕਿਰਾਇਆ ਮੰਗਦਾ, ਕਿਸੇ ਦੇ ਕੋਲ ਨਹੀਂ ਹੁੰਦਾ, ਅਗਲੇ ਸੋਚਦੇ ਨਹੀਂ ਕਿ ਹਾਂ ਵੀ ਅਗਲੇ ਦਾ ਕੰਮ ਲੱਗਾ ਜਾਂ ਨਹੀਂ ਲੱਗਾ, ਅਗਲਾ ਕਹਿੰਦਾ ਸਾਨੂੰ ਕਿਰਾਇਆ ਚਾਹੀਦਾ। ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਹਾਂ ਵੀ ਸਭ ਨੂੰ ਇੱਕ ਬਰਾਬਰ ਜੇ ਕਰ ਦੇਵੇ, ਕਿ ਹਾਂ ਵੀ ਕਿਸੇ ਦਾ ਸਾਨੂੰ ਜ਼ਿਆਦਾ ਨਹੀਂ ਥੋੜ੍ਹਾ ਹੀ ਮਿਲੀ ਜਾਵੇ, ਅਸੀਂ ਉਨੇ 'ਚ ਹੀ ਖੁਸ਼ ਹਾਂ। ਬਿਲਕੁਲ। ਤੇ ਆਪਾਂ ਬੇਰੁਜ਼ਗਾਰੀ ਤਾਂ ਭਾਜੀ ਸਾਨੂੰ ਪਤਾ ਸਾਰੇ ਇੱਥੇ ਆਪਣੇ 올 ਓਵਰ ਇੰਡੀਆ ਦੇ ਵਿੱਚ ਹੀ ਕਾਫੀ ਬੇਰੁਜ਼ਗਾਰੀ ਹੈਗੀ ਆ, ਪਰ ਆਪਾਂ ਹੁਣ ਇਹੀ ਉਮੀਦ ਕਰਾਂਗੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਆ ਤਾਂ ਕਿ ਨਵੀਂ ਸਰਕਾਰ ਸਾਡੀ ਥੋੜੀ ਬਹੁਤ ਹੀ ਹੈਲਪ ਕਰ ਦੇਵੇ, ਕਿ ਜਿੰਨੀ ਸਾਡੀ ਥੋੜੀ ਬਹੁਤ ਹੀ ਉਮੀਦ ਆ 8000 10000 15 ਕੁਛ ਨਾ ਕੁਛ ਨੌਕਰੀਆਂ ਸਾਨੂੰ ਮਿਲਣ ਇੱਥੇ। ਭਾਜੀ ਹੋਰ ਅਸੀਂ ਕੀ ਕਹਿ ਸਕਦੇ ਹਾਂ ਸਰਕਾਰ ਨੂੰ? ਜਿੱਦਾਂ ਅਸੀਂ ਹੁਣ ਸੁਣਿਆ ਕਿ ਜਿਹੜੀ ਬਿਜਲੀ ਦੇ ਬਿੱਲ ਮਾਫ ਹੋਏ ਸੀਗੇ, 300 ਯੂਨਿਟ ਮਾਫ ਹੋਈ ਆ, ਤੇ ਹੋਰ ਤੁਸੀਂ ਇੱਦਾਂ ਦਾ ਕੀ ਕਹਿਣਾ ਚਾਹੋਗੇ ਕਿ ਇੱਦਾਂ ਦੀ ਕੋਈ ਨਵੀਂ ਚੀਜ਼ ਜਿਹਦੇ ਨਾਲ ਸਾਡੀ ਚਲੋ ਸੈਲਰੀਆਂ ਘੱਟ ਆ ਪਰ ਸਾਨੂੰ ਮਾਫ ਕੁਛ ਨਾ ਕਰਨ, ਸਾਫ ਕੁਛ ਨਾ ਕਰਨ, ਸਾਨੂੰ ਮਤਲਬ ਕਿ ਨੌਕਰੀ ਕੋਈ ਇਦਾਂ ਦੀ ਦੇ ਦੇਣ ਜਿੱਥੇ ਸਾਡਾ ਗੁਜ਼ਾਰਾ ਹੋ ਜਾਵੇ। ਤਾਂ ਚਲੋ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਦਿਹਾੜੀਦਾਰ ਬੰਦੇ ਆ ਉਹਨਾਂ ਦੀ ਇਹੀ ਮੰਗ ਆ ਕਿ ਉਹਨਾਂ ਦੀ ਜਿਹੜੀ ਉਹਨਾਂ ਨੂੰ ਸੈਲਰੀਆਂ ਅੱਛੀਆਂ ਮਿਲਣ, 10-15 ਹਜ਼ਾਰ ਦੇ ਵਿੱਚ ਉਹ ਗੁਜ਼ਾਰਾ ਕਰ ਸਕਦੇ ਆ। ਅਗਰ ਇੰਨੀ ਵੀ ਸੈਲਰੀ ਮਿਲੀ ਜਾਣ ਉਹਨਾਂ ਨੂੰ ਤੇ ਉਹ ਗੁਜ਼ਾਰਾ, ਤੇ ਅਸੀਂ ਇਹੀ ਉਮੀਦ ਕਰਾਂਗੇ ਕਿ ਸਾਡੀ ਜਿਹੜੀ ਇਹ ਵੀਡੀਓ ਆ ਵਾਇਰਲ ਹੋਵੇ ਔਰ ਸਰਕਾਰ ਤੋਂ ਪਹੁੰਚੇ ਤਾਂ ਕਿ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਭਾਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਭਾਜੀ ਇਹੀ ਕਹਿਣਾ ਚਾਹੁੰਦਾ ਆ, ਜਿਹੜੇ ਮੁੰਡੇ ਆ ਵਿਚਾਰੇ ਆ ਦਿਹਾੜੀਦਾਰ ਇੰਨੀ ਗਰਮੀ ਧੁੱਪ ਲਾਉਣ ਆਏ, ਵਿਚਾਰੇ ਲਾਉਣ ਆਏ ਆ ਦਿਹਾੜੀ, ਜੋ ਬਾਹਰ ਸਿਸਟਮ ਆ ਬੰਦਾ ਬਾਹਰ ਕੰਮਕਾਰ ਕਰਦਾ ਉੱਥੇ ਸਾਰਾ ਸਿਸਟਮ ਕਾਨੂੰਨ ਇੱਕ ਆ ਵੱਡੇ ਛੋਟੇ ਲਈ ਵੀ। ਇੱਥੇ ਵੀ ਉਹੀ ਗੱਲ, ਇੱਥੇ ਵੀ ਉਹ ਸਿਸਟਮ ਹੋਵੇ, ਮਾੜੇ ਬੰਦੇ ਦੀ ਵੀ ਸੁਣੇ ਤਾਂ ਵੱਡੇ ਤਾਂ ਚਲੋ ਹੈਗੇ ਆ। ਉਸੇ ਸਕੂਲ ਦੇ ਵਿੱਚ ਡੀਸੀ ਦਾ ਨਿਆਣਾ ਪੜ੍ਹੇ, ਉਸੇ ਸਕੂਲ ਦੇ ਵਿੱਚ ਗਰੀਬ ਦਾ ਨਿਆਣਾ ਪੜ੍ਹੇ, ਕਿ ਗਰੀਬਾਂ ਦੀ ਵੀ ਸੁਣੀ ਜਾਵੇ, ਮਾੜੇ ਬੰਦੇ ਇੱਥੇ ਸੁਣਾਈ ਹੈ ਨਹੀਂ ਗੀ। ਭਾਈ ਨੇ ਬਹੁਤ ਚੰਗੀ ਗੱਲ ਕਹੀ ਹੈ ਕਿ ਹਰ ਇੱਕ ਬੰਦੇ ਨੂੰ, ਚਾਹੇ ਉਹ ਵੱਡਾ ਬੰਦਾ ਆ ਚਾਹੇ ਛੋਟਾ ਬੰਦਾ ਆ, ਉਹਨਾਂ ਨੂੰ ਇੱਕ ਬਰਾਬਰ ਰੱਖਣਾ ਚਾਹੀਦਾ ਵਾ। ਅਗਰ ਡੀਸੀ ਦਾ ਬੰਦਾ ਵੀ ਪ੍ਰਾਈਵੇਟ ਵੱਡੇ ਸਕੂਲਾਂ 'ਚ ਪੜ੍ਹ ਰਿਹਾ ਵਾ ਤੇ ਸਾਡੇ ਬੱਚੇ ਕਿਉਂ ਨਹੀਂ ਉਹ ਪ੍ਰਾਈਵੇਟ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਪੜ੍ਹ ਰਹੇ, ਉਹ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਪੜ੍ਹਾਈ ਨਹੀਂ ਪੜ੍ਹਾਈ ਜਾ ਰਹੀ, ਜਿਸ ਕਰਕੇ ਇਹ ਬੇਰੁਜ਼ਗਾਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਫੈਲ ਰਹੀ ਆ। ਤੇ ਅਸੀਂ ਇਹੀ ਉਮੀਦ ਕਰਾਂਗੇ ਸਰਕਾਰ ਵੱਲੋਂ ਕਿ ਜੋ ਐਜੂਕੇਸ਼ਨ ਸਿਸਟਮ ਵੀ ਆ ਉਹ ਵੀ ਵਧੀਆ ਕੀਤਾ ਜਾਵੇ ਔਰ ਜਿਹੜੇ ਬੰਦੇ ਬੇਰੁਜ਼ਗਾਰ ਆ, ਜੋ ਦਿਹਾੜੀਦਾਰ ਬੰਦੇ, ਉਹਨਾਂ ਦੀ ਵੀ ਸੁਣੀ ਜਾਵੇ ਤਾਂ ਕਿ ਸਾਡਾ ਕੰਮ ਜਿਹੜਾ ਆਸਾਨ ਹੋ ਸਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਰੇਲਵੇ ਸਟੇਸ਼ਨ ਜਲੰਧਰ ਦੇ ਵਿੱਚ ਪਹੁੰਚ ਗਏ ਹਾਂ ਤੇ ਇੱਥੇ ਜੋ ਆਟੋ ਕਮਿਊਨਿਟੀ ਹੈਗੀ ਉਹਨਾਂ ਨੂੰ ਅਸੀਂ ਪੁੱਛਾਂਗੇ ਕਿ ਉਹਨਾਂ ਦੀਆਂ ਕੀ ਮੰਗਾਂ ਹੈਗੀਆਂ ਹੈ। ਜੋ ਸਾਡੀ ਨਵੀਂ ਸਰਕਾਰ ਬਣੀ ਆ ਕੇਜਰੀਵਾਲ ਦੀ, ਭਗਵੰਤ ਮਾਨ ਸਾਹਿਬ ਦੀ, ਉਹਨਾਂ ਨੂੰ ਪੁੱਛਾਂਗੇ, ਇਹਨਾਂ ਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਇਹਨਾਂ ਦੀਆਂ ਕੀ ਮੰਗਾਂ ਹੋ ਸਰਕਾਰ ਤੋਂ, इनकी क्या मांग है सरकार से? हम लोग सरकार से चाहते हैं कि हम लोग गरीब के जी रक्षा की जाए, तो जो महंगाई है महंगाई के कम किया जाए। आपके हिसाब से महंगाई कैसे कम कर सकते हैं सरकार? बहुत ज़्यादा तेज पे चल रही है, हर एक सरकार आई है यहाँ, पता नहीं कितनी सरकारें आई है लेकिन महंगाई कभी कम नहीं हुई। हम लोग जो इलाज उलाज फ्री हो जाए, तो बाकी जो अपना बिजली बिल तो माफ़ ही है, तो डॉक्टरी सहूलियत हो जाए। ਤੁਸੀਂ ਆਟੋ ਚਲਾਉਂਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਟੋ ਚਲਾਉਂਦੇ? साढ़े 40 साल हो गए जी। ਦੇਖ ਸਕਦੇ ਹੋ 40 ਸਾਲ ਹੋ ਗਏ ਇਹਨਾਂ ਨੂੰ ਆਟੋ ਚਲਾਉਂਦੇ। ਇਹ ਤੁਸੀਂ
ਕਿੰਨੀ ਕੁ ਦਿਹਾੜੀ ਪਾ ਲੈਂਦੇ ਇੱਕ ਦਿਨ 'ਚ? अच्छा जी 500-600 रुपये दिहाड़ी पैंती साड़ी ਤੇ 500-600 ਦੇ ਵਿੱਚ ਤੁਹਾਡਾ ਗੁਜ਼ਾਰਾ ਅੱਛੀ ਤਰ੍ਹਾਂ ਹੋ ਰਿਹਾ ਜਾਂ ਨਹੀਂ? नहीं हो रहा है जी गुजारा कितना होता है 7-8 आदमी खाने वाले ਤੇ ਤੁਹਾਡਾ ਗੁਜ਼ਾਰਾ ਅੱਛੀ ਤਰ੍ਹਾਂ ਨਹੀਂ ਹੋ ਰਿਹਾ, ਤੁਸੀਂ ਸਰਕਾਰ ਵੱਲੋਂ ਇਹ ਮੰਗ ਕਰੋਗੇ ਕਿ ਸਾਨੂੰ ਕੋਈ ਅੱਛੀ ਨੌਕਰੀ ਦਿੱਤੀ ਜਾਵੇ ਜਾਂ ਕੁਛ ਇੱਦਾਂ ਦਾ? हाँ जी नौकरी दी जाए बहुत ਕਿੱਦਾਂ ਦੀ, ਤੁਸੀਂ ਕਿੰਨਾ ਪੜ੍ਹੇ ਹੋ, ਤੁਹਾਨੂੰ ਕਿਹੜੀ ਨੌਕਰੀ ਮਿਲ ਸਕਦੀ? इंटर पास है। ਤੇ ਤੁਸੀਂ ਕੀ ਚਾਹੋਗੇ ਸਰਕਾਰ ਨੂੰ ਕਿ ਤੁਹਾਨੂੰ ਇਦਾਂ ਦੀ ਨੌਕਰੀ ਦਿੱਤੀ ਜਾਵੇ ਕਿ ਤੁਸੀਂ ਜਿਹੜਾ ਆਪਣਾ ਗੁਜ਼ਾਰਾ ਅੱਛੀ ਤਰ੍ਹਾਂ ਕਰ ਸਕੋ? ਔਰ ਕਿੰਨੀ ਸੈਲਰੀ ਹੋਣੀ ਚਾਹੀਦੀ ਮਹੀਨੇ ਦੀ ਤੁਹਾਡੀ? महीने दी कम से कम 20,000 रुपये तो चाहिए, 20-25,000 रुपये। ਤੇ ਕਿੱਦਾਂ ਦੀ ਨੌਕਰੀ ਤੁਸੀਂ ਕਰਨਾ ਚਾਹੋਗੇ? कोई भी नौकरी मिल जाए करने के लिए। ਫਿਰ ਵੀ ਕਿੱਦਾਂ ਦੀ ਨੌਕਰੀ? ਤੁਸੀਂ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਦੱਸੋ ਕਿ ਸਰਕਾਰ ਨੂੰ ਹੋਵੇ, ਕਿਉਂਕਿ ਜੇ ਸਾਡੇ ਵਿੱਚ ਕਾਬਲੀਅਤ ਹੈ ਤਾਂ ਸਾਨੂੰ ਨੌਕਰੀ ਮਿਲੇਗੀ। ਤੁਸੀਂ ਇਦਾਂ ਦੀ ਕੀ ਕਾਬਲੀਅਤ ਤੁਹਾਡੇ ਵਿੱਚ ਹੈਗੀ ਜਿਹੜੀ ਸਰਕਾਰ ਤੁਹਾਨੂੰ ਇਦਾਂ ਦੀ ਨੌਕਰੀ ਦੇਵੇ? कोई काम मिल जाए, हम लोग तो काम मेहनत करने वाले मेहनत में कोई भी काम मिल जाए। ਤੇ ਤੁਸੀਂ ਕੀ ਚਾਹੋਗੇ ਤੁਹਾਨੂੰ ਸਰਕਾਰ ਵੱਲੋਂ ਕੀ ਮਿਲੇ? हमको कुछ मिला ही नहीं अभी, मेरा वोट भी यहाँ नहीं है, जो बन गया वही। आप यहाँ पर काम करते हो, यहाँ पर ऑटो चलाते हो, यहाँ पर आपकी अच्छी इनकम है, आप 500-600 रुपये दिहाड़ी कमाते हो पंजाब में। कहाँ से हो, कहाँ से वैसे आप? हम यूपी के हैं। तो देख सकते हो ਤੁਸੀਂ ਇਹ ਯੂਪੀ ਤੋਂ ਆ ਤੇ ਇੱਥੇ ਈ ਰਿਕਸ਼ਾ ਚਲਾਉਂਦੇ ਆ ਤੇ ਔਰ ਕਹਿੰਦੇ ਕਿ 500-600 ਰੁਪਏ ਸਾਡੀ ਜਿਹੜੀ ਆ ਇੱਕ ਦਿਨ ਦੀ ਦਿਹਾੜੀ ਆ। ਫਿਰ ਵੀ ਤੁਸੀਂ ਕੀ ਚਾਹੋਗੇ ਕਿ ਸਾਡੇ ਜੋ ਜਿੰਨੇ ਵੀ ਈ ਰਿਕਸ਼ਾ ਵਾਲੇ ਆ ਜੋ 500-600 ਦੀ ਦਿਹਾੜੀ ਕਮਾਉਂਦੇ ਉਹਦੇ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ ਸਾਡਾ ਚੰਗੇ ਤਰੀਕੇ ਨਾਲ, ਫਿਰ ਵੀ ਤੁਸੀਂ ਯੂਪੀ ਤੋਂ ਆ ਕੇ ਇੱਥੇ ਆ ਕੇ ਕੰਮ ਕਰ ਰਹੇ ਹੋ, ਕਿਰਾਇਆ ਵੀ ਭਰ ਰਹੇ ਹੋ, ਬਿਜਲੀ ਦਾ ਬਿੱਲ ਵੀ ਭਰ ਰਹੇ ਹੋ। ਹੋਰ ਤੁਹਾਨੂੰ ਇੱਦਾਂ ਦੀ ਕੀ ਸਹੂਲਤ ਦਿੱਤੀ ਜਾਵੇ ਇੱਥੇ ਪੰਜਾਬ ਦੇ ਵਿੱਚ ਕਿ ਤਾਂ ਕਿ ਤੁਸੀਂ ਆਪਣਾ ਗੁਜ਼ਾਰਾ ਉਹ ਜੋ ਅੱਛੇ ਤਰੀਕੇ ਨਾਲ ਕਰ ਸਕੋ? हाँ थोड़ा बहुत जरूर सरकार वालों कुछ मिल जाए। ਫਿਰ ਵੀ ਕੀ ਕਹਿਣਾ ਚਾਹੋਗੇ? ਬਿਜਲੀ ਦੇ ਬਿੱਲ ਮਾਫ ਕਰਵਾਉਣਾ ਚਾਹੋਗੇ ਜਾਂ ਕੁਛ ਤੁਹਾਨੂੰ ਕਿਰਾਏ ਜਿਹੜੇ? जैसे अब कमरे का किराया 2500 देता हूँ, तो थोड़ा घट हो कमरे का किराया, थोड़ा बिजली बिल कम हो, 8 रुपये यूनिट लेते हैं हमारे। ਜੋ ਸਤਿ ਸ੍ਰੀ ਅਕਾਲ ਜੀ, ਅਸੀਂ ਪ੍ਰਤਾਪ ਬਾਗ ਜਲੰਧਰ ਦੇ ਵਿੱਚ ਪਹੁੰਚ ਗਏ ਹਾਂ ਔਰ ਇੱਥੇ ਕੁਝ ਲੋਕ ਬੈਠੇ, ਉਹਨਾਂ ਨੂੰ ਪੁੱਛਾਂਗੇ ਕਿ ਅਸੀਂ ਜੋ ਸਾਡੀ ਸਰਕਾਰ ਨਵੀਂ ਝਾੜੂ ਦੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਪਹਿਲੀ ਵਾਰ, ਉਹਨਾਂ ਤੋਂ ਕੀ ਕੀ ਮੰਗਾਂ ਨੇ ਔਰ ਪੁਰਾਣੀ ਸਰਕਾਰ ਦੀਆਂ ਕੀ ਗਲਤੀਆਂ ਸੀ ਔਰ ਹੁਣ ਸਾਡੀ ਸਰਕਾਰ ਕੀ ਕੀ ਕਰ ਸਕਦੀ ਜੋ ਸਾਡੀ ਨਵੀਂ ਸਰਕਾਰ ਬਣੀ ਆ। तो ਅਸੀਂ ਸਟਾਰਟ ਕਰਾਂਗੇ ਅੰਕਲ ਤੋਂ। ਅੰਕਲ ਨੂੰ ਪੁੱਛਣਾ ਚਾਹਾਂਗੇ ਕਿ ਅੰਕਲ ਤੁਸੀਂ ਕੀ ਚਾਹੁੰਦੇ ਹੋ ਕਿ ਜੋ ਸਾਡੀ ਨਵੀਂ ਸਰਕਾਰ ਬਣੀ ਆ ਉਹ ਸਾਡੇ ਵਾਸਤੇ ਕੀ ਕੀ ਕਰੇ ਤਾਂ ਕਿ ਸਾਡੀ ਜੋ ਰੋਜ਼ਗਾਰੀ ਆ, ਜੋ ਸਾਡੀ ਇਨਕਮ ਆ, ਉਸ ਹਿਸਾਬ ਨਾਲ ਸਾਡੀ ਜੋ ਅਸੀਂ ਆਪਣਾ ਘਰ-ਬਾਰ ਜੋ ਆ ਸਹੀ ਤਰੀਕੇ ਨਾਲ ਚਲਾ ਸਕਦੇ ਹਾਂ। ਤਾਂ ਅੰਕਲ ਨੂੰ ਅਸੀਂ ਪੁੱਛਾਂਗੇ। ਔਰ ਦੇਖੋ ਜਿਹੜੀ ਪਹਿਲੀ ਵੀ ਸਰਕਾਰ ਸੀ ਉਹਨੇ ਜੋ ਕੀਤਾ ਗਾਂ ਜਿਹੜੀ ਨਵੀਂ ਸਰਕਾਰ ਆਈ ਉਹ ਕੋਈ ਚੰਗੀ ਸਹੂਲਤ ਕਰੂਗੀ ਤੇ ਚਲੋ ਵਧੀਆ ਕੰਮ ਕਰੇਗੀ ਤਾਂ ਬਹੁਤ ਵਧੀਆ ਹੈ ਇਸ ਵੱਲ। ਅੰਕਲ ਆਪਾਂ ਸਰਕਾਰ ਨੂੰ ਅਸੀਂ ਵੋਟ ਪਾਤੀ, ਸਾਰਾ ਕੁਝ ਕਰਦਾ, ਫਿਰ ਅਸੀਂ ਵੱਡੇ ਵੱਡੇ ਬੰਦੇ ਲੋਕ ਜੋ ਆ ਸਰਕਾਰ ਵੀ ਇਹੀ ਗੱਲ ਕਰਦੀ ਹੈ ਕਿ ਉਹ ਬਿਜ਼ਨਸਮੈਨ ਬੰਦਾ ਵਾ, ਉਹ ਇਹ ਚਾਹੁੰਦਾ। ਜੋ ਸਾਡੇ ਵਰਗੇ ਬੰਦੇ ਗਰੀਬ ਆ, ਜੋ ਦਿਹਾੜੀਦਾਰ ਬੰਦੇ ਆ, ਉਹਨਾਂ ਦੀ ਕੀ ਮੰਗਾਂ ਉਹਨਾਂ ਨੂੰ ਪਹੁੰਚਦੀਆਂ ਹੀ ਨਹੀਂ ਉਹਨਾਂ ਤੱਕ। ਤੇ ਅਸੀਂ ਆਪਣੇ ਰਾਹੀਂ ਉਹਨਾਂ ਨੂੰ ਇਹੀ ਪਹੁੰਚਾਵਾਂਗੇ ਕਿ ਜੋ ਬੰਦੇ ਗਰੀਬ ਲੋਕ ਆ ਉਹ ਇਹ ਚਾਹੁੰਦੇ ਆ ਸਰਕਾਰ ਤੋਂ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਬੰਦਾ ਚਾਹੁੰਦਾ ਕੀ ਆ। ਹੋ ਸਕਦਾ ਪੁਰਾਣੇ ਟਾਈਮ ਦੇ ਉੱਤੇ ਇਹ ਚੀਜ਼ਾਂ ਨਹੀਂ ਸੀਗੀਆਂ ਤੇ ਸਰਕਾਰ ਨੂੰ ਪਤਾ ਵੀ ਨਹੀਂ ਲੱਗਦਾ ਸੀਗਾ, ਪਰ ਹੁਣ ਸਾਡੇ ਕੋਲੇ ਸਾਰੀਆਂ ਓਪਰਚੁਨਿਟੀਆਂ ਹੈਗੀਆਂ ਵਾ, ਉਹਨਾਂ ਨੂੰ ਤਾਂ ਅਸੀਂ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ। ਤੇ ਹੁਣ ਫਿਰ ਵੀ ਕੀ ਸਰਕਾਰ ਸਾਡੇ ਵਾਸਤੇ ਇੱਦਾਂ ਦਾ ਕਰੇ ਕਿ ਜੋ ਤੁਹਾਨੂੰ ਲੱਗਦਾ ਕਿ ਉਹ ਵਧੀਆ ਹੋ ਸਕਦਾ ਵਾ ਸਰਕਾਰ ਵੱਲੋਂ? ਕੋਈ ਵਧੀਆ ਸਹੂਲਤ ਦੇਵੇ ਸਾਰਿਆਂ ਨੂੰ, ਜਿੱਦਾਂ ਆਮਦਨ ਘੱਟ ਹੈਗਾ ਥੋੜ੍ਹੀ ਆਮਦਨ ਵਧਾਵੇ, ਪ੍ਰਾਈਵੇਟ ਵੀ ਜਿੱਦਾਂ, ਹਾਂਜੀ, ਰੋਜ਼ਗਾਰ ਮਿਲੇ ਨੌਜਵਾਨਾਂ ਨੂੰ। तो अंकल ਦੀ ਇਹ ਮੰਗ ਹੈ ਕਿ ਰੋਜ਼ਗਾਰ ਮਿਲਣਾ ਚਾਹੀਦਾ ਔਰ ਥੋੜੀ ਬਹੁਤ ਸਹੂਲਤ ਜੋ ਹੈ ਕੁਝ ਵੀ ਜੋ ਸਾਡੀ ਇਨਕਮ ਦੇ ਉੱਤੇ ਇੰਕਰੀਮੈਂਟ ਕਰ ਸਕੇ ਉਹ ਸਹੂਲਤ ਸਾਨੂੰ ਦਿੱਤੀ ਜਾਵੇ। ਕਹਿਣਾ ਚਾਹੋਗੇ ਕਿ? ਮੈਂ ਕੁਝ ਨਹੀਂ ਕਹਿੰਦਾ, ਆਪਣੇ ਨਾ ਸਹੀ, ਮੈਂ ਬਿਜਲੀ ਬੋਰਡ 'ਚ ਕੰਮ ਕਰਦਾ ਤੇ ਸਾਡੇ ਕੋਲ ਪ੍ਰਾਈਵੇਟ ਮੁੰਡੇ ਰੱਖੇ 9-9 ਹਜ਼ਾਰ ਤੇ। ਅਸੀਂ ਉਹ ਕਹਿ ਸਕਦੇ ਉਹ ਮੁੰਡਿਆਂ ਨੇ ਰੈਗੂਲਰ ਆਪਣੇ ਜੋ ਸਾਡੀ ਜਿੰਨੇ ਸਾਨੂੰ 50-60 ਹਜ਼ਾਰ ਰੁਪਏ ਤਨਖਾਹ ਲੈਂਦੇ ਆ, ਉਹਨਾਂ ਘੱਟੋ ਘੱਟ 30-35 ਹਜ਼ਾਰ ਰੁਪਏ ਉਹਨਾਂ ਤਨਖਾਹ ਦਿੱਤੀ ਜਾਵੇ। ਆਪਾਂ ਹੋਰ ਕੱਖ ਨਹੀਂ ਕਹਿੰਦੇ। ਬੇਰੁਜ਼ਗਾਰੀ ਕਹਿੰਦੇ ਜੇ ਘਟਾਓ, ਬੰਦੇ ਨੂੰ ਕਹਿੰਦੇ ਉੱਪਰ ਲੈ ਕੇ ਜਾਓ, ਜਿੱਦਾਂ ਸਾਡਾ ਲੈਵਲ ਪਹਿਲੇ ਬਣਿਆ ਉੱਦਾਂ ਲੈਵਲ ਚੱਲੀ ਜਾਵੇ। ਬੰਦੇ ਹੈ ਨਹੀਂ ਆ, ਬਿਜਲੀ ਬੋਰਡ 'ਚ ਖਤਮ ਕੀਤਾ ਬਿਜਲੀ ਬੋਰਡ। ਇਹ ਤਿੰਨ ਆਪਣੇ ਜਿਹੜੇ ਹੈਗੇ ਜਿਹੜੇ ਸਟਾਫ ਬਿਲਕੁਲ ਖਤਮ ਆ ਬਿਜਲੀ ਬੋਰਡ 'ਚ ਇਸ ਵੇਲੇ। ਤੁਸੀਂ ਜਾ ਕੇ ਸਾਡੇ ਉਹ ਸਾਹਮਣੇ ਦਫ਼ਤਰ ਸਾਡਾ ਬਿਜਲੀ ਬੋਰਡ ਦਾ, ਉੱਥੇ ਜਾ ਕੇ ਦੇਖੋ, ਉੱਥੇ ਬੰਦਾ ਤੁਹਾਨੂੰ ਇਸ ਵੇਲੇ ਲੱਭੇਗਾ ਨਹੀਂ। ਜੇ ਕੋਈ ਕੰਪਲੇਂਟ ਕੋਈ ਆ ਜਾਵੇ ਨਾ, ਤੁਹਾਨੂੰ ਬੰਦਾ ਨਹੀਂ ਉੱਥੇ ਲੱਭੇਗਾ ਇਸ ਵੇਲੇ। ਤੁਸੀਂ ਉੱਥੇ ਜਾ ਕੇ ਤੁਸੀਂ ਚਾਰ ਗੱਲਾਂ ਕਰਕੇ ਬੰਦੇ ਕਿੱਥੇ ਗਏ ਆ, ਬੰਦੇ ਹੋਣਗੇ ਰੱਖੋਗੇ ਤਾਂ ਹੀ ਬੰਦਾ ਕੰਮ ਕਰੂਗਾ। ਸਾਡੇ ਕੋਲ ਏਰੀਆ ਐਡਾ ਕੁ ਲੰਬਾ ਏਰੀਆ ਸਾਡੇ ਕੋਲ ਹੈਗਾ ਤਾਂ 2 ਬੰਦੇ ਸਾਰੀ ਦਿਹਾੜੀ ਕੀ ਕੰਮ ਕਰੂਗੇ। ਸੋ ਤੁਸੀਂ ਦੇਖ ਸਕਦੇ ਹੋ ਅੰਕਲ ਦੀ ਕੰਪਲੇਂਟ ਬਹੁਤ ਅੱਛੀ ਕੰਪਲੇਂਟ ਹੈ ਇਹ ਔਰ ਸਰਕਾਰ ਨੂੰ ਇਸ ਬਾਰੇ ਧਿਆਨ ਬਹੁਤ ਜ਼ਿਆਦਾ ਗੂੜੇ ਤਰੀਕੇ ਨਾਲ ਧਿਆਨ ਦੇਣਾ ਚਾਹੀਦਾ ਕਿ ਇਹ ਕਹਿ ਰਹੇ ਕਿ ਸਾਡੇ ਕੋਲ ਸਟਾਫ ਨਹੀਂ ਹੈਗਾ ਔਰ ਜੋ ਇਹਨਾਂ ਦਾ ਏਰੀਆ ਬਹੁਤ ਜ਼ਿਆਦਾ ਵੱਡਾ ਏਰੀਆ ਵਾ। ਅਗਰ ਕੋਈ ਕੰਪਲੇਂਟ ਆ ਜਾਵੇ ਤਾਂ ਇਹਨਾਂ ਕੋਲ ਬੰਦੇ ਹੀ ਅਵੇਲੇਬਲ ਨਹੀਂ ਹੈਗੇ ਜੋ ਉਹਨਾਂ ਨੂੰ ਪੂਰਾ ਕੰਪਲੇਂਟ ਨੂੰ ਖਤਮ ਕਰ ਸਕਣ। ਗੱਡੀ ਦੀ ਸਹੂਲਤ ਹੈਗੀ ਸਰ,
ਨਾ ਸਾਡੇ ਗੱਡੀ ਦੀ ਸਹੂਲਤ ਹੈਗੀ, ਨਾ ਕੁਛ ਨਹੀਂ ਆ। ਇੱਕ ਪੌੜੀ ਆਪਾਂ ਐਡੀ ਦੂਰ ਕਿੱਥੋਂ ਲੈ ਕੇ ਚੱਲੀਏ? 30 ਡੰਡਿਆਂ ਦੀ ਪੌੜੀ ਆ। ਸਾਡੇ ਕੋਲ ਏਰੀਆ ਇੰਨੇ ਕੁ ਛੋਟੇ ਛੋਟੇ ਏਰੀਆ ਆਪਣੇ ਗਲੀਆਂ, ਆਪਾਂ ਕਿੱਥੇ 2 ਬੰਦੇ ਕੀ ਕਰਾਂਗੇ? ਆਪਾਂ ਉੱਥੇ ਆਪਾਂ ਪੈਦਲ ਜਾਂਦੇ ਆ, ਪੈਦਲ ਆਈਏ, ਆਪਾਂ ਨੇ ਕਰਨਾ ਕਰ। ਸਾਨੂੰ ਕੋਈ ਸਹੂਲਤ ਗੱਡੀ ਦੀ ਨਹੀਂ, ਕੋਈ ਸਹੂਲਤ ਨਹੀਂ ਹੈਗੀ ਆ। ਇੰਨੀ ਕੁ ਟੈਨਸ਼ਨ ਵੱਧ ਗਈ ਆ ਤੇ ਨਾ ਹੀ ਬੰਦਾ ਸੋਚ ਸਕਦਾ। ਬੰਦਾ ਕਹਿੰਦਾ ਮਰ ਜਾਈਏ, ਕੰਮ ਹੀ ਛੱਡ ਜਾਈਏ ਇੱਥੋਂ। ਤੇ ਅੰਕਲ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਨਵੀਂ ਸਰਕਾਰ ਬਣੀ ਹੈ, ਚਲੋ ਪੁਰਾਣੇ ਟਾਈਮ ਤੇ ਤਾਂ ਜੋ ਹੋ ਗਿਆ, ਹੁਣ ਨਵੀਂ ਸਰਕਾਰ ਤੁਹਾਨੂੰ ਲੱਗਦਾ? ਸਰਕਾਰ ਜੋ ਦਿੱਲੀ ਕੀਤਾ, ਉਹ ਕਹਿੰਦੇ ਉਹੀ ਟਾਈਮ ਇੱਦਾਂ ਦਾ ਇੱਥੇ ਆ ਜਾਵੇ। ਜੋ ਕੇਜਰੀਵਾਲ ਸਾਹਿਬ ਦਿੱਲੀ ਕੀਤਾ ਨਾ ਆਪਣੇ, ਉਹੀ ਟਾਈਮ ਇੱਥੇ ਆ ਜਾਵੇ ਨਾ, ਬਹਿ ਜਾਵੇ ਆ। ਉਹੀ 20-25 ਸਾਲ 50 ਸਾਲ ਤੱਕ ਹੀ ਰਹੇ ਸਰਕਾਰ ਸਾਡੀ ਕੇਜਰੀਵਾਲ ਰਹੇ, ਇੰਨਾ ਕੁ ਹੀ ਕਰ ਸਕਦੇ ਆ। ਬਾਕੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੋਧਾ। ਬਿਲਕੁਲ ਠੀਕ ਗੱਲ ਅੰਕਲ ਕਹਿ ਰਹੇ ਆ। ਅੰਕਲ ਕਹਿ ਰਹੇ ਕਿ ਜੇ ਸਾਡੀ ਇਹੀ ਸਾਰੀਆਂ ਮੰਗਾਂ ਪੂਰੀਆਂ ਕਰਤੀਆਂ ਜਾਣ ਤੇ ਅਸੀਂ 20-25 ਸਾਲ ਜੋ ਹੈ ਇਸੇ ਸਰਕਾਰ ਦੇ ਨਾਲ ਅੱਗੇ ਤੱਕ ਜਾਵਾਂਗੇ। ਔਰ ਜੋ ਕਹਿ ਰਹੇ ਕਿ ਮੈਂ ਬਿਜਲੀ ਬੋਰਡ ਦੇ ਵਿੱਚ ਕੰਮ ਕਰ ਰਿਹਾ ਵਾਂ ਔਰ ਸਾਡੇ ਕੋਲ ਸਟਾਫ ਅਵੇਲੇਬਲ ਨਹੀਂ ਆ, ਜੋ ਇੱਦਾਂ ਦੀਆਂ ਛੋਟੀਆਂ ਜਿਹੜੀਆਂ ਕੰਪਲੇਂਟਸ ਆ ਇਹਨਾਂ ਵਾਸਤੇ ਬਹੁਤ ਜ਼ਿਆਦਾ ਵੱਡੀਆਂ ਵਾ ਕਿ ਪ੍ਰਾਈਵੇਟ ਜੋ ਬੰਦੇ ਇਹਨਾਂ ਨੇ ਰੱਖੇ ਹੋਏ 9-9 ਹਜ਼ਾਰ ਦੇ ਉੱਤੇ, ਉਹਨਾਂ ਦਾ ਬੇਰੁਜ਼ਗਾਰ ਜਿਹੜਾ ਵਾ ਉਹਨਾਂ ਦੀਆਂ ਸੈਲਰੀਆਂ ਇਨਕਰੀਜ਼ ਕਰਨ ਤਾਂ ਕਿ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਕੰਮ ਕੀ ਆ। ਕਿਉਂਕਿ ਇਹ ਕਹਿ ਰਿਹਾ ਕਿ ਸਿਰਫ ਸਾਡੇ ਕੋਲ 2 ਬੰਦੇ ਹੀ ਨੇ ਜੋ ਕੰਮ ਕਰ ਰਹੇ ਆ, ਕੰਪਲੇਂਟ ਜੋ ਆਂਦੀ ਹੈ ਇਹਨਾਂ ਕੋਲ ਸਿਰਫ 2 ਬੰਦੇ ਨੇ, ਉਹੀ ਕੰਮ ਕਰ ਰਹੇ ਨੇ। ਤੇ ਇਹ ਪ੍ਰਤਾਪ ਬਾਗ ਜਲੰਧਰ ਦੇ ਵਿੱਚ ਅਸੀਂ ਖੜੇ ਆ, ਇਹਦੇ ਲਾਗੇ ਹੀ ਬਿਜਲੀ ਬੋਰਡ ਇਹਨਾਂ ਦਾ ਹੈਗਾ ਵਾ। ਤੇ ਇੱਥੇ ਇਹ ਕੀ ਅੰਕਲ ਐਡਰੈਸ ਕੀ ਹੈਗਾ ਇੱਥੇ ਦਾ? ਪ੍ਰਤਾਪ ਬਾਗ ਬਿਜਲੀ ਬੋਰਡ ਕੰਪਲੇਨ ਸੈਂਟਰ ਸਾਡਾ ਹੈਗਾ। ਇੱਕ ਮੇਨ ਦਫ਼ਤਰ ਸਾਡੀ ਸਬ ਡਿਵੀਜ਼ਨ ਪ੍ਰਤਾਪ ਬਾਗ ਪੈਂਦੀ ਜੀ ਆਪਣੀ। ਤੇ ਸਾਡੇ ਕੋਲ ਸਟਾਫ ਇੰਨਾ ਕੁ ਕੰਮ ਹੈ ਤੁਸੀਂ ਨਾ ਹੀ ਪੁੱਛੋ। ਲੋਕ ਸਾਡੇ ਛਿੱਤਰ ਮਾਰਦੇ ਆ। ਹੁਣ ਗਰਮੀਆਂ ਸ਼ੁਰੂ ਹੋ ਗਈਆਂ, ਸਾਡੇ ਛਿੱਤਰ ਮਾਰਨ ਨੂੰ ਕਰਦੇ ਲੋਕ। ਇੰਨਾ ਸਾਡਾ ਸਮਾਂ ਭੈੜਾ ਆ ਗਿਆ ਪਿਆ। ਸੋ ਤੁਸੀਂ ਦੇਖ ਸਕਦੇ ਹੋ ਕਿ ਅੰਕਲ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿ ਸਾਡੇ ਕੋਲ ਸਟਾਫ ਹੀ ਨਹੀਂ ਹੈਗਾ ਪੂਰਾ ਔਰ ਅਸੀਂ ਕੰਮ ਕਿੱਦਾਂ ਕਰਾਂਗੇ। ਔਰ ਇਹ ਜੋ ਹੈ ਸਰਕਾਰੀ ਮਹਿਕਮਾ ਵਾ ਬਿਜਲੀ ਦਾ, ਅਗਰ ਇਹਨਾਂ ਕੋਲ ਬੰਦੇ ਹੀ ਨਹੀਂ ਹੋਣਗੇ ਤਾਂ ਲੋਕਾਂ ਦੀ ਕੰਪਲੇਂਟਾਂ ਕਿੱਦਾਂ ਪੂਰੀਆਂ ਕੀਤੀਆਂ ਜਾਊਗੀਆਂ, ਇਸ ਬਾਰੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਵੇ। ਅਸੀਂ ਚਾਹਾਂਗੇ ਕਿ ਸਾਡੇ ਵੀਡੀਓ ਰਾਏ ਜੋ ਸਰਕਾਰ ਕੋਲ ਸਾਡੀ ਇਹ ਵੀਡੀਓ ਪਹੁੰਚੇ ਹੋ ਤਾਂ ਕਿ ਇਹਨਾਂ ਦੀ ਜਿਹੜੀ ਕੰਪਲੇਂਟ ਆ ਉਹ ਖਤਮ ਕੀਤੀ ਜਾਵੇ। ਅੰਕਲ ਤੁਸੀਂ ਕੀ ਕਹਿਣਾ ਚਾਹੋਗੇ? ਜੋ ਨਵੀਂ ਸਰਕਾਰ ਨੇ ਵਾਅਦੇ ਕੀਤੇ ਹੈਗੇ ਆ ਉਹਨਾਂ ਮੁਤਾਬਕ ਉਤਰਨਗੇ ਤੇ ਫਿਰ ਲੋਕੀ ਅਗਲੀ ਵਾਰ ਵੀ ਮੌਕਾ ਦੇਊਗੇ ਇਹਨਾਂ ਨੂੰ। ਲੋਕਾਂ ਨੂੰ ਬਹੁਤ ਉਮੀਦ ਹੈ ਇਸ ਸਰਕਾਰ ਦੇ ਉੱਤੇ। ਅਸੀਂ ਵੀ ਇਸੇ ਚੱਕਰ ਦੇ 'ਚ ਸਾਨੂੰ ਵੀ ਬਹੁਤ ਜ਼ਿਆਦਾ ਉਮੀਦਾਂ ਨਾ ਇਸ ਨਵੀਂ ਸਰਕਾਰ ਤੋਂ। ਅਸੀਂ ਇਸੇ ਕਰਕੇ ਸਰਵੇ ਕਰ ਰਹੇ ਹਾਂ। ਇਹ ਫਿਰ ਵੀ ਅੰਕਲ ਇੱਕ ਸਰਕਾਰ ਤਾਂ ਬਹੁਤ ਜ਼ਿਆਦਾ ਹਰ ਇੱਕ ਸਰਕਾਰ ਵਾਅਦੇ ਕਰਦੀ ਆ। ਕਈ ਪੁਰਾਣੀਆਂ ਸਰਕਾਰਾਂ ਆਈਆਂ, ਵਾਅਦੇ ਕੀਤੇ, ਕੁਝ ਪੂਰੇ ਕੀਤੇ, ਕੁਝ ਨਹੀਂ ਪੂਰੇ ਕੀਤੇ ਗਏ। ਪਰ ਤੁਸੀਂ ਕੀ ਚਾਹੋਗੇ ਕਿ ਇੱਕ ਆਮ ਆਦਮੀ ਕੀ ਚਾਹੁੰਦਾ ਵਾ ਕਿ ਕਿਉਂਕਿ ਆਮ ਆਦਮੀ ਸਰਕਾਰ ਜਿਹੜੀ ਪਾਰਟੀ ਬਣੀ ਆ, ਤੁਸੀਂ ਕੀ ਚਾਹੁੰਦੇ ਹੋ ਉਸ ਬਾਰੇ ਕਿ ਤੁਹਾਨੂੰ ਕੀ ਸਹੂਲਤਾਂ ਦਿੱਤੀਆਂ ਜਾਣ ਸਰਕਾਰ ਵੱਲੋਂ? ਕੇਜਰੀਵਾਲ ਸਰਕਾਰ ਨੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਾਫੀ ਵਧੀਆ ਕੰਮ ਕੀਤੇ ਨੇ ਤੇ ਇਸ ਕਰਕੇ ਲੋਕਾਂ ਦੇ ਵਿੱਚ ਫੇਥ ਬਣ ਗਿਆ ਹੈ ਕਿ ਇੱਥੇ ਵੀ ਕੁਝ ਨਾ ਕੁਝ ਕਰਨਗੇ। ਜੋ ਉਹਨਾਂ ਨੇ ਵਾਅਦੇ ਕੀਤੇ ਆ ਵੈਸੇ ਉਹ 5 ਸਾਲ 'ਚ ਪੂਰੇ ਕਰਨੇ ਆਸਾਨ ਤਾਂ ਨਹੀਂ ਹੈਗੇ, ਪਰ ਫਿਰ ਵੀ ਕੁਝ ਵਾਅਦੇ ਅਗਰ 60% ਵੀ ਪੂਰੇ ਕਰ ਲੈਣਗੇ ਤਾਂ ਲੋਕੀ ਫਿਰ ਅਗਲੇ ਵਾਰੀ ਮੌਕਾ ਉਹਨਾਂ ਨੂੰ ਹੀ ਦੇਣਗੇ। ਸੋ ਤੁਸੀਂ ਦੇਖ ਸਕਦੇ ਹੋ ਅੰਕਲ ਕਹਿ ਰਹੇ ਕਿ ਜੋ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਆ ਕਿ ਇਹ ਚੀਜ਼ਾਂ ਤੁਹਾਨੂੰ ਅਸੀਂ ਸਹੂਲਤਾਂ ਦੇਵਾਂਗੇ, ਅਗਰ ਉਹ 60% ਵੀ ਉਹਦੇ ਤੇ ਖਰੇ ਉਤਰ ਜਾਂਦੇ ਆ ਤੇ ਅਗਲੀ ਵਾਰ ਵੀ ਜੋ ਹੈ ਕੇਜਰੀਵਾਲ ਦੀ ਸਰਕਾਰ ਬਣੂਗੀ, ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੂਗੀ। ਸੋ ਅੰਕਲ ਨੂੰ ਆਪਾਂ ਦੁਬਾਰਾ ਪੁੱਛਾਂਗੇ, ਅੰਕਲ ਤੁਸੀਂ ਕੀ ਚਾਹੁੰਦੇ ਆ, ਤੁਸੀਂ ਕੀ ਮੰਗਾ ਕਰਦੇ ਹੋ ਸਰਕਾਰ ਤੋਂ? ਮੈਂ ਤਾਂ ਭਰਾਵਾ ਇਹ ਕਹਿੰਦਾ ਜਿਹੜਾ ਸਰਕਾਰ ਇਹਨਾਂ ਦੀਆਂ ਪੈਨਸ਼ਨਾਂ ਦਿੰਦੀ ਆ, ਸਰਕਾਰੀ ਬੰਦਾ ਤਾਂ ਕੰਮ ਕਰਕੇ ਰਾਜੀ ਕੋਈ ਨਹੀਂ। ਬਿਲਕੁਲ ਦੇਖੀਦਾ ਵੀ ਆ, ਕੋਈ ਉਧਰ ਲਟਿਆ, ਕੋਈ ਨਸ਼ੇ ਕਰ ਰਿਹਾ, ਕੋਈ ਕੁਛ ਕਰ ਰਿਹਾ ਤੇ ਪ੍ਰਾਈਵੇਟ ਬੰਦੇ ਦੁਖੀ ਆ। ਬਿਲਕੁਲ ਨਾ ਕੋਈ ਕੰਮ ਹੈਗਾ ਨਾ ਕੋਈ ਕਾਰ ਹੈਗਾ। ਹੁਣ ਦੇਖੋ ਕੀ ਕਰਦੀ ਹੈ ਸਰਕਾਰ। ਅਸੀਂ ਵੀ ਵਿਹਲੇ ਬੈਠੇ ਹਾਂ ਇੱਥੇ ਇਸ ਵੇਲੇ। ਬਿਲਕੁਲ ਕੰਮ ਕੁੰਮ ਸਾਡਾ ਵੀ ਇਦਾਂ ਹੀ ਆ। ਜਾਂ ਤਾਂ ਕੋਈ ਸਾਨੂੰ ਦਿਖਾਉਣ ਵੀ ਨਵੀਂ ਸਰਕਾਰ ਵੀ ਲੈ ਵੀ ਅਸੀਂ ਆਏ ਹੁਣ ਵੀ ਤੁਹਾਨੂੰ ਅਸੀਂ ਵਿਹਲੇ ਨਹੀਂ ਰਹਿਣ ਦੇਵਾਂਗੇ। ਤੇ ਕਿਸੇ ਨੂੰ ਹੁਣ ਬੰਦਾ ਇੱਥੇ ਮੇਰੇ ਕੋਲ ਆਇਆ ਸੀਗਾ, ਕਹਿੰਦਾ ਜੀ ਮੇਰੇ ਡੈਡੀ ਨੂੰ 47,000 ਰੁਪਏ ਤਨਖਾਹ ਪੈਨਸ਼ਨ ਮਿਲਦੀ ਆ। ਮੈਂ ਕਿਹਾ ਯਾਰ ਵਿਹਲੇ ਬੈਠੇ ਨੂੰ ਸਾਨੂੰ ਇੱਥੇ ਕਰਕੇ ਵੀ ਭੈਣ ਚੋਂ ਸਾਡੀ ਪੂਰੀ ਨਹੀਂ ਪੈਂਦੀ। ਆਹ ਚੱਕਰ ਆ। ਤੇ ਬਿਲਕੁਲ ਠੀਕ ਗੱਲ ਆ ਕਿ ਅੰਕਲ ਕਹਿ ਰਹੇ ਕਿ ਜਿਹੜੇ ਸਰਕਾਰੀ ਬੰਦੇ ਆ, ਪੈਨਸ਼ਨਾਂ ਜਿਨ੍ਹਾਂ ਦੀਆਂ ਲੱਗੀਆਂ ਇੰਨੀਆਂ ਜ਼ਿਆਦਾ 47 ਹਜ਼ਾਰ, ਕਿਸੇ ਦੀ 50,000 ਸੈਲਰੀ, ਕੰਮ ਕੁਛ ਨਹੀਂ ਕਰ ਰਹੇ ਹੋ। ਉਹ ਜਿਹੜੇ ਪੈਸੇ ਆ ਜਿਹੜੇ ਫ੍ਰੀ ਬਹਿ ਕੇ ਉਹਨਾਂ ਦੀ ਪੈਸੇ ਘੱਟ ਕਰਕੇ, ਅਸੀਂ ਇਹ ਨਹੀਂ ਕਹਿੰਦੇ ਕਿ ਪੈਨਸ਼ਨਾਂ ਬਿਲਕੁਲ ਬੰਦ ਹੀ ਕਰਤੀਆਂ ਜਾਣ, ਥੋੜ੍ਹੇ ਘੱਟ ਕਰਕੇ ਜੋ ਬੰਦੇ ਬੇਰੁਜ਼ਗਾਰ ਆ ਉਹਨਾਂ ਨੂੰ ਦਿੱਤੇ ਜਾਣ ਪੈਸੇ, ਜੋ ਉਹਨਾਂ ਨੂੰ ਜੋਬਸ ਪ੍ਰੋਵਾਈਡ ਕੀਤੀਆਂ ਜਾਣ ਤਾਂ ਕਿ ਇਹ ਵੀ ਬੰਦੇ ਜੋ ਆ ਇਹ ਵੀ ਖੁਸ਼ ਰਹਿਣ। ਔਰ ਜੋ ਬੰਦੇ ਪੈਨਸ਼ਨ ਜੋ ਸਰਕਾਰੀ ਨੌਕਰੀ ਸਰਕਾਰ ਨੂੰ ਆਪਣੀ ਦੇ ਚੁੱਕੇ ਆ, ਪਹਿਲਾਂ ਕਾਫੀ ਕੰਮ ਕਰ ਚੁੱਕੇ ਅੰਦਰ, ਉਹਨਾਂ ਨੂੰ ਘੱਟੋ ਘੱਟ ਨਹੀਂ, ਜੇ ਜੋ ਬੰਦਾ 50,000 ਲੈ ਰਿਹਾ ਉਹਨੂੰ 25,000 ਦੇ ਕੇ ਤਾਂ ਦੂਸਰੇ ਬੰਦੇ ਨੂੰ ਨਵੀਂ ਭਰਤੀ ਕਰਕੇ 25,000 ਉਹਨੂੰ ਦਿੱਤਾ ਜਾਵੇ। ਕੁਛ ਇੱਦਾਂ ਦਾ ਕੀਤਾ ਜਾਵੇ ਅੰਕਲ ਤਾਂ ਵਧੀਆ ਰਹੇਗਾ। ਹਾਂਜੀ ਹਾਂਜੀ ਬਹੁਤ ਵਧੀਆ ਜੀ, ਨਾਲੇ ਸਾਰੇ ਖੁਸ਼
ਹੁਣ ਦੇਖੋ ਇੱਕ ਬੰਦਾ 47,000 ਚੱਕ ਰਿਹਾ, ਕੋਈ 25,000 ਚੱਕ ਰਿਹਾ। ਜਿਹੜਾ ਆਮ ਬੰਦਾ ਵਾ ਉਹਨੂੰ ਦਿਹਾੜੀ ਵੀ ਨਹੀਂ ਲੱਗਦੀ। ਸਾਡੇ ਵਰਗੇ ਇੱਥੇ ਵਿਹਲੇ ਬੈਠੇ ਆ, ਕੋਈ ਕੰਮ ਨਹੀਂ ਕਰਦੇ। ਇੱਥੇ ਗੱਲਾਂ ਸੁਣੀ ਜਾਈਦੀਆਂ ਸਾਰਿਆਂ ਦੀਆਂ। ਤੇ ਕਹਿਣ ਦਾ ਮਤਲਬ ਵੀ ਕੋਈ ਕੰਮਕਾਰ ਸਾਡਾ ਵੀ ਕੋਈ ਖੁੱਲ੍ਹੇ, ਸਾਨੂੰ ਵੀ ਪਤਾ ਲੱਗੇ ਵੀ ਲੈ ਵੀ ਅਸੀਂ ਵੀ ਕਮਾਉਂਦੇ ਖਾਂਦੇ ਆ। ਤੋ ਇਹ ਬਹੁਤ ਵਧੀਆ ਸੁਝਾਅ ਆ ਕਿ ਜੋ ਬੰਦੇ ਪੈਨਸ਼ਨਾਂ ਤੇ ਲੱਗੇ ਹੋਏ ਆ ਉਹਨਾਂ ਦੀਆਂ ਪੈਨਸ਼ਨਾਂ ਅਸੀਂ ਇਹ ਨਹੀਂ ਕਹਿੰਦੇ ਬੰਦ ਕੀਤੀਆਂ ਜਾਣ, ਉਹਨਾਂ ਦੀਆਂ ਪੈਨਸ਼ਨਾਂ ਥੋੜ੍ਹੀਆਂ ਘਟਾ ਕੇ ਔਰ ਜੋ ਬੰਦੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰੀ ਦਿੱਤੀ ਜਾਵੇ, ਤਾਂ ਕਿ ਇਹ ਵੀ ਆਪਣਾ ਜੋ ਦਿਨ ਦਿਹਾੜੀਆਂ ਨੂੰ ਛੱਡ ਕੇ ਜੋ ਪੱਕਾ ਕੰਮ, ਇਹਨਾਂ ਨੂੰ ਪੱਕੀਆਂ ਤਨਖਾਹਾਂ ਲੱਗਣ ਇਹਨਾਂ ਦੀਆਂ। ਔਰ ਇਹ ਸਰਕਾਰ ਜੋ ਸਰਕਾਰ ਨੇ ਇਹਨਾਂ ਨੂੰ ਕਿਹਾ ਵਾ ਕਿ ਅਸੀਂ ਖਰੇ ਉਤਰਾਂਗੇ, ਤਾਂ ਕਿ ਇਹ ਜੋ ਮੰਗਾਂ ਵਾ ਇਹ ਅਸੀਂ ਚਾਹਾਂਗੇ ਕਿ ਪੂਰੀਆਂ ਕੀਤੀਆਂ ਜਾਣ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਅੰਕਲ ਤੁਹਾਡਾ ਸਾਰਿਆਂ ਦਾ। ਅਸੀਂ ਚਾਹਾਂਗੇ ਕਿ ਇਹ ਸਰਕਾਰ ਵੱਲੋਂ ਜੋ ਆ ਤੁਹਾਡੀ ਇਹ ਆਵਾਜ਼ ਆ ਉਹਨਾਂ ਤੱਕ ਪਹੁੰਚੇ। ਅੰਕਲ ਦੀ ਵੀ ਜੋ ਕੰਪਲੇਂਟ ਆ ਉਹ ਵੀ ਪਹੁੰਚੇ ਕਿ ਉਹ ਸਰਕਾਰੀ ਮਹਿਕਮੇ ਵਿੱਚ ਲੱਗੇ ਔਰ ਉਹਨਾਂ ਕੋਲ ਸਟਾਫ ਨਹੀਂ ਹੈਗਾ। ਥੈਂਕ ਯੂ ਜੀ ਬਹੁਤ ਤੁਹਾਡਾ। ਸੋ ਅੱਜ ਦੀ ਵੀਡੀਓ ਜੋ ਹੈ ਅਸੀਂ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਸ਼ਾ ਕਰਦਾ ਕਿ ਤੁਹਾਨੂੰ ਇਹ ਸਾਡਾ ਟੌਪਿਕ ਜੋ ਬਹੁਤ ਅੱਛਾ ਲੱਗਿਆ ਹੋਵੇਗਾ, ਕਿਉਂਕਿ ਆਮ ਨਾਗਰਿਕ ਦੀ ਕੀ ਮੰਗ ਆ ਸਾਡੀ ਸਰਕਾਰ ਵੱਲੋਂ ਉਹ ਪਤਾ ਲੱਗਣਾ ਬਹੁਤ ਜ਼ਰੂਰੀ ਹੈ। ਤੇ ਅਸੀਂ ਜੋ ਆ ਅੱਗੇ ਹੋਰ ਇੱਦਾਂ ਦੀਆਂ ਵਧੀਆ ਵੀਡੀਓਜ਼ ਲੈ ਕੇ ਆਵਾਂਗੇ। ਜੋ ਕਰੰਟ ਅਫੇਅਰਸ ਚੱਲ ਰਹੇ ਨੇ ਉਹਨਾਂ ਬਾਰੇ, ਇੱਕ ਫੂਡ ਬਲੌਗਿੰਗ ਵੀ ਸਾਡੀ ਨਾਲ ਹੋਏਗੀ, ਔਰ ਨਾਲ ਦੇ ਨਾਲ ਅਸੀਂ ਜੋ ਹੈ ਫਨੀ ਵੀਡੀਓਜ਼ ਵੀ ਪਾਵਾਂਗੇ ਇਸੇ ਚੈਨਲ ਦੇ ਉੱਤੇ। ਤੇ ਉਮੀਦ ਕਰਦਾ ਵਾਂ ਮੈਂ ਕਿ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਹੋਏਗੀ ਬਹੁਤ ਜ਼ਿਆਦਾ। ਤੇ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਜੋ ਇਹ ਆਮ ਆਦਮੀ ਦੀ ਆਵਾਜ਼ ਹੈ ਉਹ ਉੱਠ ਸਕੇ। ਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਫॉर ਵਾਚਿੰਗ PB08 ਵਾਲੀ ਲਾਈਵ। ਥੈਂਕ ਯੂ।